ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 915 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਇਹ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਹੈਗੀ ਨਵੇਂ ਸਿਰੇ ਤੋਂ ਅਸ਼ਟਪਦੀ ਜਿਹੜੀ ਹੈਗੀ ਆ ਉਹ ਟਾਪਿਕ ਪੂਰਾ ਹੋ ਗਿਆ ਜੀ। ਉਸ ਤੋਂ ਅੱਗੇ ਸ਼ੁਰੂ ਕਰ ਰਹੇ ਮਹਾਰਾਜ ਮਿਹਰ ਕਰਨ। ਹਾਂ, ਤੁਹਾਡਾ ਮਾਈਕ ਬੰਦ ਕਰ ਦੇਣਾ ਜੀ ਇੰਦਰਾ ਜੀ। ਵਾਹਿਗੁਰੂ ਅੰਗ 915 ਰਾਮਕਲੀ ਮਹਲਾ ਪੰਜਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਦਰਸ਼ਨ ਭੇਟਤ ਪਾਪ ਸਭ ਨਾਸੈ ਹਰਸਿਉ ਦੇ ਮਿਲਾਈ। ਮੇਰਾ ਗੁਰ परमेश्वर सुखदाई, पार ब्रह्म का नाम दृढ़ाए अंते होए सखाई रहाओ। ਇਹਦੇ ਵਿੱਚ ਜਿਹੜਾ ਸਬਜੈਕਟ ਹੈ ਪੂਰਾ ਦਾ ਪੂਰਾ ਪਹਿਲਾ ਬੰਦ ਹੈ, ਉਸ ਤੋਂ ਬਾਅਦ ਰਹਾਓ ਦਾ ਬੰਦ ਹੈਗਾ। ਤੇ ਕਹਿੰਦੇ ਦਰਸ਼ਨ ਭੇਟਤ ਪਾਪ ਸਭ ਨਾਸੈ ਹਰਸਿਉ ਦੇ ਮਿਲਾਈ। ਕਹਿੰਦੇ ਜਿਹਨੇ ਗੁਰੂ ਦੇ ਦਰਸ਼ਨ ਕਰ ਲਏ ਤੇ ਉਹ ਦਰਸ਼ਨ ਭੇਟਣ ਦੇ ਨਾਲ ਜਿਹੜਾ ਹੈਗਾ ਉਹਦੇ ਸਾਰੇ ਪਾਪ ਨਸ ਜਾਣੇ ਚਾਹੀਦੇ ਆ, ਸਾਰੇ ਪਾਪ ਖਤਮ ਹੋ ਜਾਣੇ ਚਾਹੀਦੇ ਆ ਤੇ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਉਹਨੇ ਗੁਰੂ ਨੇ ਪਰਮਾਤਮਾ ਦੇ ਨਾਲ ਮਿਲਾ ਦੇਣਾ ਹੈ। ਆਇਆ ਪਾਈ ਗੁਰੂ। ਇਹਦਾ ਮਤਲਬ ਆਪਾਂ ਤਾਂ ਜਿਹੜੇ ਹੈਗੇ ਆ ਹੁਣ ਦਰਸ਼ਨ ਕਰ ਰਹੇ ਹਾਂ, ਗੁਰਦੁਆਰੇ ਜਾਂਦੇ ਹਾਂ, ਆਪਾਂ ਦਰਸ਼ਨ ਕਰਦੇ ਹਾਂ। ਇਹ ਤੇ ਕਈ ਸਾਲ ਹੋ ਗਏ, 50 40 ਸਾਲ ਹੋ ਗਏ ਆਪਾਂ ਨੂੰ ਜਿਹੜਾ ਹੈਗਾ ਗੁਰੂ ਨੂੰ ਧਾਰਨ ਕੀਤੇ ਹੋਏ। ਫਿਰ ਆ ਜਿਹੜੀ ਹੈਗੀ ਇਹ ਅਵਸਥਾ ਕਿਉਂ ਨਹੀਂ ਆ ਰਹੀ? ਦਰਸ਼ਨ ਭੇਟਤ ਪਾਪ ਸਭ ਨਾਸੈ ਹਰਸਿਉ ਦੇ ਮਿਲਾਈ। ਆ ਚੀਜ਼ ਕਿਉਂ ਨਹੀਂ ਆ ਰਹੀ? ਇਹਦਾ ਮਤਲਬ ਆਪਾਂ ਨੇ ਦਰਸ਼ਨ ਭੇਟ ਨਹੀਂ ਕੀਤਾ, ਹਾਲੇ ਦਰਸ਼ਨ ਨਹੀਂ ਕੀਤੇ ਗੁਰੂ ਦੇ। ਗੁਰੂ ਦੇ ਦਰਸ਼ਨ ਤਾਂ ਉਹ ਹੈਗੇ ਪਾਏ ਜੇ ਗੁਰੂ ਜੋ ਕਹਿ ਰਿਹਾ ਆ ਉਹ ਆਪਣੇ ਅੰਦਰ ਆ ਗਿਆ, ਆਪਾਂ ਉਹ ਕਾਰਵਾਈ ਕਰਨ ਲੱਗ ਪਏ ਤਾਂ ਆਪਾਂ ਦਰਸ਼ਨ ਭੇਟ ਰਹੇ, ਤਾਂ ਗੁਰੂ ਦੇ ਦਰਸ਼ਨ ਕੀਤੇ। ਬਈ ਗੁਰੂ ਦੀ ਮੱਤ ਜਿਹੜੀ ਆਪਣੇ ਅੰਦਰ ਆ ਗਈ ਉਹ ਹੈ ਦਰਸ਼ਨ। ਨਹੀਂ ਤਾਂ ਦਰਸ਼ਨ ਕਿਵੇਂ ਕੀਤੇ ਪਾਏ? ਆਪਣੀ ਮੱਤ ਸਾਡਾ ਮਾਲ ਸਾਡੇ ਕੋਲ, ਗੁਰੂ ਦਾ ਮਾਲ ਗੁਰੂ ਕੋਲ। ਆਪਾਂ ਨੇ ਕਾਹਦੇ ਦਰਸ਼ਨ ਕੀ ਐਕਸਚੇਂਜ ਕੀਤਾ? ਆਪਾਂ ਨੇ ਗੁਰੂ ਨੂੰ ਕੀ ਭੇਟ ਕੀਤਾ? ਆਪਾਂ ਤਾਂ ਭੇਟੇ ਹੀ ਨਹੀਂ ਗੁਰੂ ਨੂੰ। ਦੇਖ ਲਓ ਜੀ, ਇਸ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਗੇਮ ਆ, ਇਹ ਗੇਮ ਚੇਂਜਿੰਗ ਆ। ਇਹ ਦਰਸ਼ਨ ਜਿਹੜੇ ਹੈਗੇ ਗੇਮ ਚੇਂਜਿੰਗ ਹੈਗੇ। ਜਦ ਆਪਾਂ ਗੁਰੂ ਦੀ ਮੱਤ ਲਵਾਂਗੇ, ਗੁਰੂ ਦੇ ਅਨੁਸਾਰ ਚੱਲਾਂਗੇ ਤਾਂ ਜਿਹੜਾ ਹੈਗਾ ਆ ਜਿਹੜੀ ਹੈਗੀ ਆ ਪਾਪ ਜਾਣਗੇ ਔਰ ਜਿਹੜੇ ਹੈਗੇ ਪਰਮਾਤਮਾ ਦੇ ਨਾਲ ਮਿਲਾਪ ਹੋਏਗਾ। ਬਸ ਆਹੀ ਗੱਲ ਹੈਗੀ ਆ। ਉਹ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਆਹੀ ਹੈ ਭਾਈ ਸਤਿਗੁਰੂ ਨੂੰ ਪਾਉਣਾ, ਆਨੰਦ ਹੋਣਾ। ਦਰਸ਼ਨ ਭੇਟਤ ਪਾਪ ਸਭ ਨਾਸੈ ਹਰਸਿਉ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ। ਕਹਿੰਦੇ ਮੇਰਾ ਗੁਰੂ ਪਰਮੇਸ਼ਰ ਦਾ ਰੂਪ ਹੈ ਗੁਰੂ, ਔਰ ਸੁਖਦਾਈ ਹੈਗਾ, ਸਾਰੇ ਸੁਖ ਦੇਣ ਵਾਲਾ ਹੈ। ਕੀ ਕਰਦਾ ਹੈ? ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ ਰਹਾਓ। ਜੇ ਆਪਣੇ ਪਾਰ ਬ੍ਰਹਮ ਦਾ ਨਾਮ ਦ੍ਰਿੜ ਹੀ ਨਹੀਂ ਹੋਇਆ, ਧਿਆਨ ਸਿਮਰਨ ਦ੍ਰਿੜ ਹੀ ਨਹੀਂ ਹੋਇਆ, ਆਪਣੇ ਰੂਟੀਨ ਦੇ ਵਿੱਚ ਨਿਤਨੇਮ ਦੇ ਵਿੱਚ ਆ ਚੀਜ਼ ਆਈ ਨਹੀਂ, ਤੇ ਆਪਾਂ ਕਿਹੜੇ ਪਾਸਿਓਂ ਭਾਈ ਗੁਰੂ ਨੂੰ ਭੇਟ ਗਏ? ਆਪਾਂ ਕਿਹੜੇ ਪਾਸਿਓਂ ਗੁਰੂ ਨੂੰ ਭੇਟ ਗਏ? ਇੱਥੇ ਬਾਣੀ ਤਾਂ ਕਹਿ ਰਹੀ ਹੈ ਕਿ ਦਰਸ਼ਨ ਭੇਟਤ ਪਾਪ ਸਭ ਨਾਸੈ
ਅੰਗ ਅਸੀਂ 915 ਦੇ ਉੱਤੇ ਹੈਗੇ ਹਾਂ। ਔਰ ਸਵਾਲ ਬਹੁਤ ਗੰਭੀਰ ਹੈਗਾ। ਬਾਣੀ ਕਹਿੰਦੀ ਹੈ ਕਿ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਪਾਪ ਸਾਰੇ ਨੱਸ ਜਾਣੇ ਚਾਹੀਦੇ ਆ। ਪਰਮੇਸ਼ਰ ਦੇ ਨਾਲ ਗੁਰੂ ਨੇ ਮਿਲਾ ਦੇਣਾ ਚਾਹੀਦਾ। ਤੇਰਾ ਮਾਲਕ ਵੱਲ ਨੂੰ ਤੇਰੀ ਜਿਹੜੀ ਇਹ ਯਾਤਰਾ ਹੋਣੀ ਚਾਹੀਦੀ ਆ, ਮਾਲਕ ਦੀ ਨੇੜਤਾ ਤੈਨੂੰ ਮਹਿਸੂਸ ਹੋਣੀ ਚਾਹੀਦੀ ਆ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਮੇਰਾ ਗੁਰੂ ਪਰਮੇਸ਼ਰ ਦਾ ਰੂਪ ਹੈ, ਉਹ ਤਾਂ ਸੁਖ ਦੇਣ ਵਾਲਾ ਹੈਗਾ। ਤੇ ਆਪਣੇ ਅੰਦਰ ਆ ਚੀਜ਼ ਕਿਉਂ ਨਹੀਂ ਆ ਰਹੀ? ਦਰਸ਼ਨ ਭੇਟਤ ਪਾਪ ਸਭ ਨਾਸੇ, ਦਰਸ਼ਨ ਲਿਖਿਆ ਹੋਇਆ ਗੁਰੂ ਦੇ ਦਰਸ਼ਨ। ਔਰ ਗੁਰੂ ਨੇ ਕੀ ਕਰਨਾ? ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ। ਪਰਮੇਸ਼ਰ ਦਾ ਨਾਮ ਦ੍ਰਿੜ ਹੋਣਾ ਚਾਹੀਦਾ ਹੈ, ਜਿਹੜਾ ਕਿ ਆਖਰੀ ਤੱਕ ਸਾਥੀ ਬਣੇਗਾ ਆਪਣਾ। ਇਹਦਾ ਮਤਲਬ ਆਪਾਂ ਗੁਰੂ ਨੂੰ ਨਹੀਂ ਭੇਟੇ ਪਾਏ। ਗੁਰੂ ਨੂੰ ਭੇਟਣਾ ਹੈਗਾ ਬਈ, ਗੁਰੂ ਜਿਹੜਾ ਹੈਗਾ, ਗੁਰੂ ਦੇ ਕੋਲੋਂ ਕੁਛ ਗੁਣ ਆਪਣੇ ਅੰਦਰ ਆਉਣੇ ਚਾਹੀਦੇ ਆ। ਜੋ ਗੁਰੂ ਕਹਿ ਰਿਹਾ ਉਹ ਕੰਮ ਆਪਾਂ ਕਰਨ ਲੱਗ ਪਏ ਤੇ ਗੁਰੂ ਨੂੰ ਭੇਟੇ, ਨਹੀਂ ਤਾਂ ਨਹੀਂ ਭੇਟੇ ਪਾਏ। ਫਿਰ ਤਾਂ ਆਪਾਂ ਨੇ ਜਿਹੜਾ ਹੈਗਾ ਮੰਨੀ ਨਹੀਂ ਗੱਲ। ਇੱਕ ਨੂੰ ਤਾਂ ਪਤਾ ਹੀ ਨਹੀਂ ਹੈ ਕੋਈ ਚੀਜ਼ ਦੇ ਬਾਰੇ, ਇੱਕ ਨੂੰ ਪਤਾ ਹੈਗਾ ਫਿਰ ਵੀ ਨਹੀਂ ਮੰਨ ਰਿਹਾ, ਫਿਰ ਤਾਂ ਆਪਾਂ ਜਿਹੜੇ ਹੈਗੇ ਆ ਢੀਠ ਹੋ ਗਏ ਨਾ ਭਾਈ। ਦਰਸ਼ਨ ਭੇਟਤ ਪਾਪ ਸਭ ਨਾਸੇ, ਹਰ ਹਰਸਿਓ ਦੇਹ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ ਰਹਾਓ। ਇਸ ਚੋਂ ਅੱਗੇ ਜਾਣ ਨੂੰ ਦਿਲ ਨਹੀਂ ਕਰ ਰਿਹਾ, ਕਿਉਂਕਿ ਆਹ ਪੁਆਇੰਟ ਹੈਗਾ, ਆਹ ਹੈ ਜਗ੍ਹਾ ਜਿੱਥੇ ਜਿਹੜਾ ਹੈਗਾ, ਜਿੱਥੇ ਸਾਰਾ ਕੁਝ ਜਿਹੜਾ ਹੈਗਾ ਇਸ ਜਗ੍ਹਾ ਤੇ ਰੁਕਿਆ ਹੋਇਆ ਹੈ। ਰਹਾਓ ਸਗਲ ਦੁੱਖ ਕਾ ਡੇਰਾ ਪੰਨਾ, ਸੰਤ ਧੂਰ ਮੁਖ ਲਾਈ। ਆ ਲਓ, ਦੇਖ ਲਓ ਕੀ ਕਹਿ ਰਹੀ ਬਾਣੀ। ਕਹਿੰਦੇ ਸਾਰੇ ਦੁੱਖਾਂ ਦਾ ਡੇਰਾ ਹੀ ਉੱਠ ਜੂਗਾ, ਭੰਨਿਆ ਜਾਊਗਾ ਡੇਰਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ ਜਿਹੜੀ ਹੈਗੀ, ਇਹ ਜਿਹੜੀ ਹੈਗੀ ਤ੍ਰਿਸ਼ਨਾ ਤਮਾ, ਸਾਰਾ ਜੋ ਕੁਛ ਵੀ ਹੈਗਾ ਪਾਈ ਨੈਗੇਟਿਵਿਟੀ, ਇਹਦਾ ਡੇਰਾ ਹੀ ਇੱਥੋਂ ਉੱਠਣਾ ਚਾਹੀਦਾ ਹੈ। ਇਹਦਾ ਡੇਰਾ ਜਿਹੜਾ ਹੈਗਾ ਭੰਨ ਜਾਣਾ ਚਾਹੀਦਾ ਭਾਈ। ਸੰਤ ਧੂਰ ਮੁਖ ਲਾਈ, ਜੇ ਕਿਤੇ ਗੁਰੂ ਦੀ ਮੱਤ ਲੈ ਲਈਏ ਤੇ, ਜੇ ਕਿਤੇ ਗੁਰੂ ਦੀ ਮੱਤ ਆਪਣੀ ਮੱਤ ਰਿਪਲੇਸ ਕਰ ਦਈਏ, ਆਇਆ ਸੰਤ ਧੂੜ ਮੁਖ ਲਾਈ। ਆ ਧੂੜ ਆ ਸੰਤ ਧੂੜ, ਗੁਰੂ ਦੀ ਧੂੜ। ਪਤਿਤ ਪੁਨੀਤ ਕੀਏ ਖਿਨ ਭੀਤਰ, ਅਗਿਆਨ ਅੰਧੇਰ ਵੰਜਾਈ। ਆ ਲੋ, ਕਹਿੰਦੇ ਖਿਨ ਦੇ ਵਿੱਚ ਪਤਿਤ ਤੋਂ ਪੁਨੀਤ ਹੋ ਜਾਏਗਾ ਪਿਆਰਿਆ। ਕਾਲਕ ਨਿਕਲਣੀ ਸ਼ੁਰੂ ਹੋ ਜਾਏਗੀ ਤੇਰੀ। ਅਗਿਆਨ ਦਾ ਹਨੇਰਾ ਜਿਹੜਾ ਹੈਗਾ ਤੇਰਾ ਖਤਮ ਹੋ ਜਾਏਗਾ। ਜਿਹੜਾ ਤੂੰ ਜਿਹੜਾ ਹੈਗਾ ਆ ਪਦਾਰਥ, ਆ ਚੋਗਾ, ਇਹ ਸਵਾਦ, ਸਾਰਾ ਜੋ ਕੁਝ ਦੁਨੀਆ ਦੇ ਵਿੱਚ ਜੋ ਵੀ ਸਵਾਦ ਚੋਗਾ ਖਿਲ ਰਿਹਾ ਪਿਆ ਆ, ਇਹਦੇ ਉੱਤੇ ਆਪਣਾ ਜਿਹੜਾ ਹੈਗਾ ਇਸ ਹਨੇਰੇ ਦੇ ਵਿੱਚ ਹੀ ਤੁਰਿਆ ਫਿਰਦਾ ਹੈ, ਹਨੇਰੇ ਦੇ ਵਿੱਚ ਹੀ ਘੁੰਮ ਰਿਹਾ ਇੱਧਰ ਉੱਧਰ, ਔਰ ਆਪਣਾ ਸਮਾਂ ਗਵਾ ਦਿੰਦਾ ਹੈ। ਅਮੁੱਲੀ ਜਿਹੜਾ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਪਤਿਤ ਪੁਨੀਤ ਕੀਏ ਖਿਨ ਭੀਤਰ, ਅਗਿਆਨ ਅੰਧੇਰ ਵੰਜਾਈ ਮਤਲਬ ਗਵਾ ਦੇਗਾ, ਚਲੇ ਜਾਏਗਾ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸ ਸਰਣਾਈ। ਔਰ ਉਹ ਕਰਨ ਕਾਰਨ ਸਮਰੱਥ, ਉਹ ਮਾਲਕ ਪਰਮਾਤਮਾ, ਉਹ ਸੁਆਮੀ, ਉਹਦੀ ਸ਼ਰਨ ਦੇ ਵਿੱਚ ਲੈ ਜਾਏਗਾ ਭਾਈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦੇ ਲਿਵ ਲਾਈ। ਇਹ ਬੰਧਨ ਮਾਇਆ ਦੇ ਤੋੜ ਦੇਗਾ ਗੁਰੂ। ਚਰਨ ਕਮਲ ਪਰਮੇਸ਼ਰ ਦੇ ਸੋਹਣੇ ਧਿਆਨ ਰੂਪੀ ਚਰਨ ਕਮਲ ਦ੍ਰਿੜ ਕਰਾ ਦੇਗਾ। ਉੱਪਰ ਦੇਖੋ ਕੀ ਲਿਖਿਆ ਹੋਇਆ, ਸੇਮ ਚੀਜ਼ ਇੱਥੇ ਦੇ ਰਿਹਾ। ਉੱਪਰ ਲਿਖਿਆ ਹੈ ਦੇਖੋ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਇੱਥੇ ਕਹਿ ਰਿਹਾ ਬੰਧਨ ਤੋੜ ਚਰਨ ਕਮਲ ਦ੍ਰਿੜਾਏ। ਉੱਥੇ ਨਾਮ ਦ੍ਰਿੜਾਏ ਕਹਿ ਰਹੇ, ਇੱਥੇ ਚਰਨ ਕਮਲ ਦ੍ਰਿੜਾਏ। ਇਹਦਾ ਮਤਲਬ ਕੀ ਹੋਇਆ ਕਿ ਨਾਮ ਔਰ ਚਰਨ ਕਮਲ ਇੱਕੋ ਹੀ ਹੈਗੇ। ਇਹ ਤਾਂ ਬਾਣੀ ਦੀ ਕੁੰਡੀ ਹੈ। ਬਾਣੀ ਦੇ ਜਿਹੜੀ ਹੈਗੀ ਆ, ਆਹੀ ਤਾਂ ਮੁੰਦਾਵਣੀ ਪਾਈ ਹੋਈ ਹੈ। ਇਹ ਜਿਹੜੀ ਹੈਗੀ ਇਹ ਗਾਉਣ ਵਾਸਤੇ ਥੋੜ੍ਹੇ ਆ ਵੀ ਗਾ ਲਿਆ ਤੇ ਪਾਠ ਕਰ ਲਿਆ ਤੇ ਚਲੇ ਗਏ, ਬਸ ਹੋ ਗਿਆ ਜੀ, ਸਾਡੀ ਭਗਤੀ ਹੋ ਗਈ। ਇਹ ਤਾਂ ਵਿਚਾਰ ਕਰਨਾ ਪਊਗਾ ਭਾਈ। ਬਾਣੀ ਜਿਹੜੀ ਹੈਗੀ ਹੈ ਗੁਰੂ ਹੈ ਸਾਡਾ, ਗੁਰੂ ਦੀ ਮੱਤ ਦੇ, ਗੁਰੂ ਕਹਿ ਕੀ ਰਹੇ, ਗੁਰੂ ਤਾਂ ਕੁਛ ਕਰਨ ਨੂੰ ਕਹਿ ਰਿਹਾ ਭਾਈ। ਇਹ ਗਾਉਣ ਵਾਸਤੇ ਜਾਂ ਪਾਠ ਕਰਨ ਵਾਸਤੇ ਥੋੜ੍ਹੀ ਨਾ ਕਹਿ ਰਿਹਾ। ਪਾਠ ਕਰਕੇ ਪਿਆਰਿਓ ਬੁੱਝੋ ਤਾਂ ਸਹੀ ਉਸ ਗੱਲ ਨੂੰ ਜਿਹੜਾ ਕੰਮ ਕਰਨਾ ਹੈ।
ਬੰਧਨ ਤੋੜ ਚਰਨ ਕਮਲ ਦਰਾਏ ਏਕ ਸ਼ਬਦੇ ਲਿਵ ਲਾਏ। ਇੱਕ ਸ਼ਬਦ ਦੇ ਦੁਆਰਾ ਲਿਵ ਲਾ ਲੇਗਾ, ਪਰਮੇਸ਼ਰ ਦੇ ਨਾਲ ਲਿਵ ਲਗਾ ਦੇਗਾ ਭਾਈ। ਲਿਵ ਲਾਉਣ ਕੀ ਹੈ? ਚਰਨ ਕਮਲ ਦ੍ਰਿੜ ਕਰਨੇ ਆ ਭਾਈ, ਉਹਦੇ ਨਾਲ ਹੀ ਲਿਵ ਲੱਗਣੀ ਹੈ। ਧਿਆਨ ਦੇ ਵਿੱਚ ਬੈਠਾਂਗੇ, ਵਿਚਾਰ ਬੰਦ ਕਰਾਂਗੇ, ਆਹੀ ਹੈਗੇ ਚਰਨ ਕਮਲ। ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦੇ ਬਣੇ ਆਈ। ਆਇਆ ਹਨੇਰਾ ਖੂਹ ਹੈ ਭਾਈ, ਵਿਖਿਆ ਦਾ ਖੂਹ ਹੈ। ਦੇਖੋ ਖੂਹ ਵੀ ਦੱਸ ਰਹੇ ਮਹਾਰਾਜ, ਇਹ ਕੋਈ ਦਿਸਦਾ ਖੂਹ ਥੋੜੀ ਨਾ ਹੈਗਾ, ਕੋਈ ਖੂਹ ਹੈ, ਅਸਲੀ ਖੂਹ ਥੋੜੀ ਨਾ ਹੈਗਾ। ਇਹ ਵਿਖਿਆ ਦਾ ਖੂਹ ਹੈਗਾ, ਵਿਸ਼ੇ ਵਿਕਾਰਾਂ ਦਾ ਖੂਹ ਹੈਗਾ, ਜਿਹਦੇ ਵਿੱਚ ਆਪਾਂ ਫਸੇ ਹੋਏ ਹਾਂ। ਆਹੀ ਜੋ ਵਿਸ਼ੇ ਵਿਕਾਰ ਆਪਾਂ ਰੋਜ਼ ਸਵੇਰ ਤੋਂ ਸ਼ਾਮ ਤਾਈਂ ਰਾਉਂਡ ਦੀ ਕਲੌਕ ਲੱਗੇ ਹੋਏ ਹਾਂ, ਇਹਦੇ ਵਿੱਚ ਹਨੇਰੇ ਖੂਹ ਦੇ ਵਿੱਚ ਘੁੰਮੀ ਜਾ ਰਹੇ। ਔਰ ਰਿਜ਼ਲਟ ਕੀ ਨਿਕਲਣਾ ਹੈ? ਐਂਡ ਆਪਣਾ ਬਲਬ ਫਿਊਜ਼ ਹੋ ਜਾਣਾ ਹੈ ਬਸ। ਦੈਟ ਇਜ਼ ਦੀ ਐਂਡ ਆਫ ਦੀ ਜਰਨੀ, ਐਂਡ ਆਫ ਦੀ ਸਟੋਰੀ। ਅੰਧਕੂਪ ਵਿਖਿਆ, ਇਸੇ ਦੇ ਵਿੱਚ ਵਿਖਿਆ ਦੇ ਵਿੱਚ ਹੀ ਖਤਮ ਹੋ ਜਾਣਾ ਆਪਣੀ ਯਾਤਰਾ। ਔਰ ਜਿਹੜਾ ਹੈਗਾ ਇਹ ਫਿਰ ਮਨੁੱਖੀ ਜੂਨ ਤਾਂ ਲੱਭਦੀ ਨਹੀਂ ਪਾਏ, ਕਿਉਂਕਿ ਉਹ ਤਾਂ ਆਪਾਂ ਨੂੰ ਟੌਪ ਸਿਖਰ ਦੇ ਉੱਤੇ ਪਹੁੰਚਾਇਆ, ਮਾਲਕ ਨੇ ਚਾਂਸ ਦਿੱਤਾ ਹੈ। ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦੇ ਬਣੇ ਆਏ। ਸੱਚੇ ਸ਼ਬਦ ਦੇ ਨਾਲ ਬਣੇ ਆਈ ਭਾਈ, ਇਹ ਭਗਤੀ ਦੇ ਨਾਲ, ਧਿਆਨ ਸਿਮਰਨ ਦੇ ਨਾਲ ਬਣੇ ਆਈ। ਆਹ ਚੀਜ਼ ਜੇ ਆਪਣੇ ਜੀਵਨ ਦੇ ਵਿੱਚ ਆ ਗਈ ਹੈ ਤੇ ਗੁਰੂ ਨੂੰ ਭੇਟੇ ਆ ਭਾਈ, ਨਹੀਂ ਤਾਂ ਗੁਰੂ ਨੂੰ ਨਹੀਂ ਭੇਟੇ ਪਿਆਏ ਭਾਈ, ਨਹੀਂ ਭੇਟੇ ਨਾ। ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਆਪਾਂ ਤਾਂ ਅਖਾ ਵੀ ਨਹੀਂ ਸਕਦੇ। ਸੋ ਭਲ ਕੇ ਉਠਾਰ ਨਾਮ ਧਿਆਵੈ। ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦੇ ਬਣੇ ਆਈ। ਜਨਮ ਮਰਨ ਕਾ ਸਹਿਸਾ ਚੂਖਾ ਬੌੜ ਕਤੂ ਨਾ ਧਾਈ। ਸ਼ਬਦ ਗਰੰਟੀ ਲੈ ਰਿਹਾ ਭਾਈ, ਜੇ ਤੂੰ ਗੁਰੂ ਨੂੰ ਭੇਟ ਗਿਆ ਤੇ ਜਨਮ ਮਰਨ ਦਾ ਤਾਂ ਗੱਲ ਕਰ ਹੀ ਨਾ, ਇਹ ਤਾਂ ਹੋਣਾ ਹੀ ਨਹੀਂ ਹੈ, ਇਹ ਤਾਂ ਖਤਮ ਹੈ, ਇਹ ਸਹਿਮ ਤਾਂ ਤੇਰਾ ਖਤਮ ਹੋ ਜਾਏਗਾ। ਔਰ ਉਸ ਤੋਂ ਬਾਅਦ ਕਿਤੇ ਧਾਈ ਕਰਨ ਦੀ ਲੋੜ ਹੀ ਨਹੀਂ ਤੈਨੂੰ, ਕਿਸੇ ਦੇ ਕੋਲ ਜਾਣ ਦੀ ਜਾਂ ਕੁਛ ਕਰਨ ਦੀ। ਜੇ ਪੂਰੇ ਗੁਰੂ ਨੂੰ ਭੇਟ ਗਿਆ ਤੇ ਜਨਮ ਮਰਨ ਕਾ ਸਹਿਸਾ ਚੁਕਾ ਬੌੜ ਕਤੂ ਨਾ ਧਾਈ। ਨਾਮ ਰਸਾਇਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ। ਔਰ ਲਾਜ਼ਮੀ ਆ ਤੇਰੇ ਅੰਦਰ ਜਿਹੜੀ ਆ ਰਸਾਇਣ, ਨਾਮ ਦੀ ਰਸਾਇਣ ਜਿਹੜੀ ਹੈਗੀ ਆ, ਇਹ ਦਵਾਈ ਤੇਰੇ ਅੰਦਰ ਜਿਹੜੀ ਹੈਗੀ ਆ, ਇਹ ਤੈਨੂੰ ਜਿਹੜੀ ਹੈਗੀ ਸਾਰੀਆਂ ਬਿਮਾਰੀਆਂ ਤੋਂ ਇਹਨੇ ਅਟੈਕ ਕਰ ਦੇਣਾ, ਤੈਨੂੰ ਤ੍ਰਿਪਤ ਹੋ ਜਾਣਾ ਹੈ। ਤ੍ਰਿਪਤ ਅੰਮ੍ਰਿਤ, ਇਹਨੂੰ ਅੰਮ੍ਰਿਤ ਕਹਿੰਦੇ ਆ ਭਾਈ। ਨਾਮ ਰਸਾਇਣ, ਨਾਮ ਪਦਾਰਥ, ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ। ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ। ਗੁਰੂ ਦੀ ਸੰਗਤ ਜਾਂ ਸਾਧ ਸੰਗਤ, ਗੁਰੂ ਦੀ ਸੰਗਤ ਕੀ ਕੀਤਾ ਮਿਲ ਕੇ? ਕਹਿੰਦੇ ਧਿਆਨ ਸਿਮਰਨ ਕੀਤਾ ਪਿਆਰ ਦੇ ਨਾਲ। ਨਾਮ ਰਸਾਇਣ ਅੰਮ੍ਰਿਤ ਰਸ ਆਉਣ ਲੱਗ ਪਿਆ। ਇਹਨੂੰ ਕੀਰਤਨ ਕਹਿੰਦੀ ਹੈ ਬਾਣੀ। ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ। ਨਿਹਚਲ ਜਗ੍ਹਾ ਤੇ ਵਾਸਾ ਹੋ ਗਿਆ, ਚੌਥੇ ਪਦ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ। ਪੂਰੇ ਗੁਰੇ ਪੂਰੀ ਮਤ ਦੀਨੀ। ਕੀ ਕੀਤਾ? ਕੀ ਹੋਇਆ? ਐਕਸਚੇਂਜ। ਆ ਲੋ, ਪੂਰੇ ਗੁਰੂ ਨੇ ਆਪਣੀ ਮਤ ਦੇ ਦਿੱਤੀ। ਹਰ ਬਿਨ ਆਨ ਨਾ ਪਾਏ। ਕਹਿੰਦੇ ਪਰਮੇਸ਼ਰ ਦੀ ਭਗਤੀ ਕਰ ਮਿੱਤਰਾ, ਉਸ ਤੋਂ ਇਲਾਵਾ ਕੁਛ ਨਹੀਂ ਹੈਗਾ। ਉਸ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ ਪਿਆਰਿਆ, ਕੁਛ ਵੀ ਨਹੀਂ ਹੈਗਾ। ਕਾਹਦੇ ਵਾਸਤੇ ਧੋਖਾ ਖਾਈ ਜਾ ਰਹੇ ਆ ਬਾਰ-ਬਾਰ? ਪੂਰੇ ਗੁਰੇ ਪੂਰੀ ਮਤ ਦੀਨੀ ਹਰ ਬਿਨ ਆਨ ਨਾ ਪਾਈ। ਮਤ ਨਹੀਂ ਲੈ ਰਹੇ ਆਪਾਂ, ਇੱਥੇ ਹੀ ਪ੍ਰੋਬਲਮ ਹੈ ਕਿ ਭਾਈ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨਾ ਜਾਈ। ਦੇਖੋ ਕੀ ਕਹਿ ਰਹੀ ਹੈ ਬਾਣੀ। ਨਿਧਾਨ ਕਹਿੰਦੇ ਖਜ਼ਾਨਿਆਂ ਦਾ ਖਜ਼ਾਨਾ, ਇੰਨਾ ਕੀਮਤੀ ਖਜ਼ਾਨਾ ਨਾਮ ਦਾ ਵੱਡੇ ਭਾਗਾਂ ਵਾਲੇ ਨੇ ਪਾ ਲਿਆ ਤੇ ਨਰਕ ਨਹੀਂ ਜਾਏਗਾ। ਫਿਰ ਨਰਕ ਕੀ ਹੈਗਾ? ਜੂਨਾਂ ਦੇ ਵਿੱਚ ਨਹੀਂ ਜਾਏਗਾ। ਫਿਰ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨਾ ਜਾਏ। ਨਰਕ ਕੱਕੇ ਦੀ ਸਿਆਰੀ ਲੱਗੀ ਹੋਈ ਹੈ, ਨਰਕ ਦੇ ਵਿੱਚ ਨਹੀਂ ਜਾਏਗਾ। ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ। ਕਹਿੰਦੇ ਮੇਰਾ ਕੀ ਹੈ, ਮੇਰੀ ਕਾਹਦੀ ਕਾਲਣਾ ਹੈ, ਮੇਰੀ ਕਾਹਦੀ ਸਿਆਣਪ ਹੈ? ਇਹ ਤਾਂ ਛੱਡਣੀ ਪੈਣੀ ਹੈ। ਚਤੁਰਾਈ ਸਿਆਣਪਾਂ ਸਾਰੀਆਂ ਕਿਤੇ ਕਾਮ ਨਾ ਆਈਆਂ। ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ। ਪੂਰੇ ਗੁਰੂ ਨੇ ਮੈਨੂੰ ਪੂਰਾ ਗੁਰੂ ਮਿਲਿਆ ਤੇ ਤਾਂ ਆ ਜਿਹੜੀ ਹੈਗੀ ਕਮਾਈ ਹੋਈ ਹੈ ਭਾਈ। ਕਮਾਈ ਕਰਨੀ ਪੈਣੀ ਹੈ ਭਾਈ, ਕਮਾਈ ਕਰਨੀ ਪੈਣੀ ਹੈ।
ਚੱਲਣਾ ਪੈਣਾ ਹੈ ਭਾਈ ਰਸਤੇ ਦੇ ਉੱਤੇ। ਜੋ ਗੁਰੂ ਕਹਿ ਰਿਹਾ ਉਹ ਕੰਮ ਕਰਨਾ ਪੈਣਾ ਹੈ। ਜਪ ਤਪ ਸੰਜਮ ਸੁਚ ਹੈ ਸੋਈ, ਆਪੇ ਕਰੇ ਕਰਾਈ। ਬਸ ਆਹੀ ਜਪ ਤਪ ਸੰਜਮ ਸਾਰੀ ਸੁਚਮ ਸਾਰਾ ਕੁਛ ਇਹਦੇ ਵਿੱਚ ਹੀ ਹੈਗਾ। ਬਸ ਆਪੇ ਕਰੇ ਕਰਾਈ। ਉਹ ਮਾਲਕ ਪਰਮਾਤਮਾ ਆਪ ਹੀ ਕਰਦਾ ਹੈ, ਆਪ ਹੀ ਕਰਾਉਂਦਾ ਹੈ। ਉਹਦੇ ਹਵਾਲੇ ਕਰ ਦਿਓ ਆਪਣੀ ਕਿਸ਼ਤੀ। ਬਸ ਜਿਵੇਂ ਗੁਰੂ ਕਹਿ ਰਿਹਾ ਉਵੇਂ ਜਿਹੜਾ ਹੈਗਾ। ਗੁਰੂ ਕਹਿ ਰਿਹਾ ਤੂੰ ਆਪਣੇ ਚੱਪੂ ਪੁੱਠੇ ਪਾਸੇ ਮਾਇਆ ਵੱਲ ਮਾਰਨੇ ਬੰਦ ਕਰ ਦੇ। ਉਹਨਾਂ ਕੀ ਲੈ ਜਿੰਨੀ ਕੁ ਤੇਰੀ ਡਿਮਾਂਡ ਹੈ। ਪੁੱਤਰ ਕਲੱਤਰ ਮਹਾ ਵਿਖਿਆ ਮੈਂ ਗੁਰੇ ਸਾਚੈ ਲਾਏ ਤਰਾਈ। ਆਇਆ ਦੇਖੋ ਗੁਰੂ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਹੈ। ਬਸ ਇਹ ਘਰ ਵਿਗਿਸਤੀ ਘਰ ਵਾਲੇ ਬੱਚੇ ਤੇ ਹੋਰ ਜਿਹੜਾ ਤੇਰੀ ਮਾਇਆ ਜਿਹੜੀ ਚਾਰ ਸਪੇਰੇ ਚੋਗਾ ਖਿਲ ਰਿਹਾ ਪਿਆ, ਸਵਾਦ ਹੈ ਦੁਨੀਆ ਦੇ ਪਦਾਰਥ ਹੈਗੇ ਭਾਈ, ਇਹਦੇ ਵਿੱਚ ਹੀ ਜਿਹੜਾ ਹੈਗਾ ਗੁਰੂ ਨੇ ਉਹ ਸੱਚੇ ਪਰਮਾਤਮਾ ਦੇ ਨਾਲ ਲਗਾ ਕੇ ਤਰਾ ਦਿੱਤਾ। ਉਹਦੇ ਮਾਲਕ ਦੇ ਨਾਲ ਜੋੜ ਦਿੱਤਾ। ਗੁਰੂ ਨੇ ਕੀ ਕਰਨਾ ਹੈ? ਗੁਰੂ ਨੇ ਤਾਂ ਕਨੈਕਸ਼ਨ ਲਾ ਦੇਣਾ ਹੈ ਮਾਲਕ ਪਰਮਾਤਮਾ ਦੇ ਨਾਲ ਭਾਈ। ਪੁੱਤਰ ਕਲੱਤਰ ਮਹਾ ਵਿਖਿਆ ਮੈਂ ਗੁਰੇ ਸਾਚੇ ਲਾਏ ਤਰਾਈ। ਆਪਣੇ ਜੀ ਤੈਂ ਆਪ ਸੰਭਾਲੇ, ਆਪ ਲੀਏ ਲੜ ਲਾਏ। ਔਰ ਇੰਟਰਨ ਜਿਹੜਾ ਹੈਗਾ ਗੁਰੂ ਦੇ ਵਿੱਚ ਵੀ ਤਾਂ ਉਹੀ ਮਾਲਕ ਪਰਮਾਤਮਾ ਹੀ ਹੈਗਾ। ਔਰ ਸਾਰੇ ਜੀ ਉਸ ਮਾਲਕ ਪਰਮਾਤਮਾ ਦੇ ਹੈਗੇ ਆ। ਸਾਰਿਆਂ ਦੇ ਅੰਦਰ ਉਹਦੀ ਜੋਤ ਹੈਗੀ। ਉਸਨੇ ਤਾਂ ਸਾਰਿਆਂ ਨੂੰ ਸੰਭਾਲਣਾ ਹੈ ਭਾਈ। ਜਿਹੜਾ ਹੈਗਾ ਇਸ ਰਸਤੇ ਤੇ ਆਉਣਾ ਚਾਹੁੰਦਾ ਹੈ, ਇਹ ਲਿਵ ਵਾਲੇ ਰਸਤੇ ਤੇ ਭਗਤੀ ਮਾਰਗ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਉਚਾਈ ਲਿਆਉਣਾ ਚਾਹੁੰਦਾ ਹੈ, ਮਾਲਕ ਤਾਂ ਖੁਸ਼ ਹੁੰਦਾ ਹੈ ਭਾਈ। ਆਪ ਲੀਏ ਲੜ ਲਾਏ, ਆਪ ਲੜ ਲਾ ਲੈਂਦਾ ਹੈ। ਇਸ ਤਰੀਕੇ ਨਾਲ ਲੜ ਲਾਉਂਦਾ ਹੈ ਗੁਰੂ ਦੀ ਮੱਤ ਦੇ ਕੇ ਔਰ ਜਿਹੜਾ ਹੈਗਾ ਨਾਮ ਦੜਾ ਕੇ। ਸਾਚ ਧਰਮ ਕਾ ਬੇੜਾ ਬਾਂਧਿਆ, ਭਵਜਲ ਪਾਰ ਪਵਾਈ। ਆਇਆ ਸੱਚੇ ਧਰਮ ਦਾ ਬੇੜਾ ਭਾਈ। ਆਇਆ ਧਰਮ, ਇਹਦੇ ਵਾਸਤੇ ਆਪਾਂ ਆਏ ਹਾਂ ਦੁਨੀਆ ਦੇ ਵਿੱਚ। ਆਹ ਬੇੜਾ ਹੈਗਾ ਔਰ ਇਹ ਭਵਜਲ ਸੰਸਾਰ ਜਿਹੜਾ ਮਾਇਆ ਦਾ ਤ੍ਰਿਸ਼ਨਾ ਦਾ ਹੈਗਾ, ਇਹ ਚਾਂਸ ਹੈਗਾ ਆਪਣੀ ਜਿੰਨੀ ਉਮਰ ਆ ਬਈ ਇਸ ਨੂੰ ਤਰ ਸਕਦਾ ਹੈ ਤੂੰ। ਜੇ ਆਪ ਬੇੜੇ ਦੇ ਉੱਤੇ ਚੜ ਜਾਏਗਾ, ਬੇੜਾ ਬੰਨ ਲਏਗਾ। ਇਸ ਤਰੀਕੇ ਦੇ ਨਾਲ ਬੇੜਾ ਬੰਨਣਾ ਹੈ। ਗੁਰੂ ਨੇ ਮਦਦ ਕਰਨੀ ਹੈ, ਬੇੜਾ ਤੂੰ ਬੰਨਣਾ ਹੈ, ਤਾਂ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਬੇਸ਼ੁਮਾਰ ਬੇਅੰਤ ਸੁਆਮੀ, ਨਾਨਕ ਬਲ ਬਲ ਜਾਏ। ਕਹਿੰਦੇ ਮੇਰੇ ਮਾਲਕਾ ਤੇਰਾ ਤਾਂ ਅੰਤ ਹੀ ਨਹੀਂ ਹੈ ਮਾਲਕਾ। ਤੂੰ ਤਾਂ ਬੇਸ਼ੁਮਾਰ ਹੈ, ਬੇਸ਼ੁਮਾਰ ਕਿ ਤੇਰਾ ਕੈਲਕੂਲੇਸ਼ਨ ਹੀ ਨਹੀਂ ਹੋ ਸਕਦੀ। ਮਾਲਕ ਹੈ, ਮੈਂ ਤਾਂ ਤੇਰੇ ਤੋਂ ਬਲਿਹਾਰ ਜਾਣਾ ਹੈ, ਬਲਿਹਾਰ ਜਾਣਾ ਹੈ। ਅਕਾਲ ਮੂਰਤ ਅਜੂਨੀ ਸੰਭਵ, ਕਲ ਅੰਧਕਾਰ ਦੀ ਪਾਈ। ਉਹ ਮਾਲਕ ਪਰਮਾਤਮਾ ਅਕਾਲ ਹੈਗਾ। ਅਕਾਲ ਮੂਰਤ ਅਜੂਨੀ, ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੰਭਵ, ਉਸ ਸਾਰਾ ਕੁਛ ਉਸ ਮਾਲਕ ਪਰਮਾਤਮਾ ਤੋਂ ਹੀ ਪ੍ਰਗਟ ਹੋਇਆ, ਸਵੈਂ ਭਉ ਹੋਇਆ ਹੈ ਆਪਣੇ ਆਪ। ਕਲ ਅੰਧਕਾਰ ਦੀ ਪਾਏ, ਕਲਯੁਗ ਦੇ ਵਿੱਚ ਅੰਧਕਾਰ ਦੇ ਵਿੱਚ ਜਿਹੜੇ ਗੁਰੂ ਹੈਗੇ ਆਹੀ ਦੀਪਕ ਹੈਗਾ ਭਾਈ। ਅੰਤਰਜਾਮੀ ਜੀਵਨ ਕਾ ਦਾਤਾ, ਦੇਖਤ ਤ੍ਰਿਪਤੀ ਅਘਾਈ। ਉਹ ਮਾਲਕ ਪਰਮਾਤਮਾ ਅੰਤਰਜਾਮੀ ਹੈਗਾ, ਜੀਆਂ ਦਾ ਦਾਤਾ ਹੈਗਾ ਭਾਈ। ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਹੈ। ਤ੍ਰਿਪਤੀ ਹੋ ਜਾਂਦੀ ਹੈ ਮਾਲਕ ਪਰਮਾਤਮਾ ਦੀ। ਹਰੇਕ ਜਗ੍ਹਾ ਹਰੇਕ ਦੇ ਅੰਦਰ ਨਜ਼ਰ ਆਉਂਦਾ ਹੈ ਮਾਲਕ ਪਰਮਾਤਮਾ। ਅੰਤਰਜਾਮੀ ਜੀਵਨ ਕਾ ਦਾਤਾ, ਦੇਖਤ ਤ੍ਰਿਪਤੀ ਅਘਾਈ। ਏਕ ਓਂਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਿਹਾ ਸਮਾਈ। ਜਿਹੜੀ ਹੈ ਦੇਖੋ ਇਹ ਪਰਮਾਤਮਾ ਦੇ ਦਰਸ਼ਨ ਹੋ ਰਹੇ। ਇੱਕ ਓਂਕਾਰ, ਉਹੀ ਸਾਰਾ ਕਰਨ ਵਾਲਾ, ਮਾਇਆ ਤੋਂ ਰਹਿਤ, ਨਿਰੰਜਨ ਨਿਰਭਉ, ਕੋਈ ਭੈ ਨਹੀਂ ਹੈ ਮਾਲਕ ਪਰਮਾਤਮਾ ਨੂੰ। ਸਭ ਜਲ ਥਲ ਰਿਹਾ ਸਮਾਈ। ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਜਗ੍ਹਾ ਤੇ ਸਮਾਇਆ ਹੋਇਆ ਮਾਲਕ ਪਰਮਾਤਮਾ। ਉਸੇ ਦੇ ਵਿੱਚ ਗੇਮ ਚੱਲ ਰਹੀ, ਉਸੇ ਦੇ ਵਿੱਚ ਆਪਾਂ ਹੈਗੇ। ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਜਾਚੈ ਮਾਈ। ਕਹਿੰਦੇ ਭਗਤੀ ਦਾ ਦਾਨ ਮਾਲਕ ਪਰਮਾਤਮਾ ਭਗਤਾਂ ਨੂੰ ਦੇ ਦਿੰਦਾ ਹੈ। ਜਿਹੜਾ ਮੰਗਦਾ ਹੈ ਉਹਨੂੰ ਦਾਨ ਦੇ ਦਿੰਦਾ ਹੈ ਮਾਲਕ ਪਰਮਾਤਮਾ। ਆਹੀ ਸਭ ਤੋਂ ਵੱਡੀ ਦਾਤ ਹੈ। ਗੁਰੂ ਦੇ ਦੁਆਰਾ ਦਾਤ ਦਿੰਦਾ ਹੈ ਮਾਲਕ ਪਰਮਾਤਮਾ। ਹਰ ਨਾਨਕ ਜਾਚੇ ਮਾਈ। ਹੇ ਮੇਰੀ ਮਾਂ,
ਪਰਮੇਸ਼ਰ ਨੂੰ ਕਹਿ ਰਹੇ ਆ ਭਾਈ ਮੈਨੂੰ ਵੀ ਜਾਚਣਾ, ਮੇਰੀ ਵੀ ਜਾਚਣਾ ਹੈ, ਮੇਰੀ ਵੀ ਮੰਗ ਹੈਗੀ, ਮੈਨੂੰ ਵੀ ਚਾਹੀਦਾ ਹੈ। ਹਰ ਨਾਨਕ ਜਾਚੇ ਮਾਈ। ਅਗਲਾ ਸ਼ਬਦ ਆ ਗਿਆ ਰਾਮਕਲੀ ਮਹੱਲਾ ਪੰਜਵਾਂ ਸ਼ਲੋਕ। ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਸਿੱਖੋ ਮਤਲਬ ਜਿਹੜੇ ਸਿੱਖ ਨਹੀਂ ਹੈਗੇ, ਸਿੱਖਾਂ ਦੀ ਗੱਲ ਨਹੀਂ ਕਰ ਰਹੇ। ਮਹਾਰਾਜ ਕਹਿੰਦੇ ਸਿੱਖ ਲਓ ਭਾਈ, ਆ ਧਿਆਨ ਸਿਮਰਨ ਭਗਤੀ ਕਰਨੀ ਸਿੱਖ ਲਓ, ਮਤ ਭਟਕੋ, ਸਿੱਖ ਲਓ, ਗੁਰੂ ਕੋਲੋਂ ਸਿੱਖ ਲਓ, ਸ਼ਬਦ ਸਿੱਖ ਲਓ। ਸ਼ਬਦ ਕੀ ਹੈਗਾ? ਸ਼ਬਦ ਹੈਗਾ ਧਿਆਨ ਸਿਮਰਨ ਭਗਤੀ। ਕਿਸ ਤਰ੍ਹਾਂ ਕਰਨਾ ਅਭਿਆਸ, ਕਿਵੇਂ ਬੈਠਣਾ ਹੈ, ਕਿਵੇਂ ਵਿਚਾਰ ਬੰਦ ਕਰਨੇ ਆ। ਸਿੱਖੋ ਸ਼ਬਦ ਪਿਆਰਿਓ, ਇਹ ਪਿਆਰਿਓ ਸਿੱਖ ਲਓ, ਇਹ ਜਨਮ ਮਰਨ ਦੀ ਟੇਕ ਹੈਗੀ। ਆਹੀ ਗੇਮ ਚੇਂਜਰ ਹੈਗਾ ਭਾਈ। ਆ ਭਗਤੀ ਨੂੰ ਲੈ ਕੇ ਆਓ ਆਪਣੇ ਜੀਵਨ ਦੇ ਵਿੱਚ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਠੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਉਸ ਇੱਕ ਨੂੰ ਸਿਮਰਨ ਕਰਨ ਦੇ ਨਾਲ ਆਹੀ ਸਿਮਰਨ ਹੈਗਾ, ਆਹੀ ਜਪਣਾ ਹੈਗਾ, ਆਹੀ ਧਿਆਨ ਹੈਗਾ, ਆਹੀ ਲਿਵ ਹੈਗੀ ਆ, ਆਹੀ ਸਾਰਾ ਕੁਛ ਇਹੀ ਕੁਛ ਹੈਗਾ ਭਾਈ। ਇਹਦੇ ਨਾਲ ਮੁੱਖ ਉਜਲਾ ਹੋ ਜਾਣਾ ਹੈ, ਹਮੇਸ਼ਾ ਵਾਸਤੇ ਸੁਖੀ ਹੋ ਜਾਵਾਂਗੇ। ਇਹ ਸ਼ਲੋਕ ਹੈਗਾ ਭਾਈ। ਇੰਨਾ 2 ਲਾਈਨਾਂ ਦਾ ਸ਼ਲੋਕ ਹੈ। ਦੇਖੋ ਕਿੰਨਾ ਮਹਾਰਾਜ ਨੇ ਕਿੰਨਾ, ਦੇਖੋ ਕਹਿ ਰਹੇ ਕਿ ਸਿੱਖੋ ਭਾਈ, ਸਿੱਖਣਾ ਪੈਣਾ ਹੈ ਭਾਈ। ਐਵੇਂ ਹੀ ਥੋੜੀ ਨਾ ਆਪਣੇ ਆਪ ਹੀ ਆਪ ਉਧਰੇ ਹੋ ਕੇ ਜਿਹੜਾ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਉਹਦੇ ਮਗਰ ਜਿਹੜਾ ਜਿਹਨੇ ਲਾਈ ਗੱਲੀ ਉਹਦੇ ਮਗਰ ਚੱਲੀ। ਇਹ ਤਾਂ ਸਾਡਾ ਜੀਵਨ ਦਾ ਪੂਰਾ ਦਾਰੋ ਮਦਾਰ ਹੈਗਾ ਇਹਦੇ ਉੱਤੇ। ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਗਰੰਟੀ ਦੇ ਰਿਹਾ ਸ਼ਬਦ ਪਾਏ ਕਿ ਤੇਰਾ ਮੁਖ ਉਜਲਾ ਹੋਣਾ ਹੈ ਭਾਈ। ਕਾਲਕ ਲੱਗੀ ਅੱਜ, ਕਿੰਨਾ ਕਾਰਨਸ਼ੀਲ ਹੈ, ਕਿੰਨਾ ਮਾਇਆ ਦੇ ਵਿੱਚ ਗਲਤਾਨ ਹੋਇਆ ਪਿਆ। ਤੈਨੂੰ ਕੁਛ ਮਿਲਦਾ ਤਾਂ ਹੈ ਨਹੀਂਗਾ, ਬਸ ਛੱਡਦਾ ਹੈ ਨਹੀਂਗਾ। ਮੁਖ ਉਜਲ ਸਦਾ ਸੁਖੀ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਨਾਨਕ ਸਿਮਰਤ ਏਕ। ਮਨ ਤਨ ਰਾਤਾ, ਹੁਣ ਅੱਗੇ ਸ਼ਬਦ ਸ਼ੁਰੂ ਹੋ ਰਿਹਾ ਹੈ। ਆ ਸ਼ਲੋਕ ਸੀਗਾ ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ। ਆ ਲੋ ਜਿਨ੍ਹਾਂ ਨੇ ਸਿੱਖ ਲਿਆ, ਆ ਉੱਪਰ ਸ਼ਲੋਕ ਦਿੱਤਾ ਹੈ, ਸ਼ਬਦ ਅਭਿਆਸ ਧਿਆਨ ਸਿਮਰਨ ਸਿੱਖ ਲਿਆ ਤੇ ਆ ਜਿਹੜਾ ਮਨ ਔਰ ਤਨ ਦੋਨੋਂ ਦੇ ਦੋਨੋਂ ਰੱਤੇ ਜਾਣੇ ਚਾਹੀਦੇ। ਇਹ ਜਿਹੜੀਆਂ ਗਿਆਨ ਇੰਦਰੀਆਂ ਹੈਗੀਆਂ, ਇਹ ਸਾਰੀਆਂ ਕਰਮ ਇੰਦਰੀਆਂ, ਸਾਰੀਆਂ ਦੀਆਂ ਭਗਤੀ ਵੱਲ ਨੂੰ ਇਹਨਾਂ ਨੂੰ ਇੰਟਰਸਟ ਆਉਣਾ ਹੈ, ਇਹਨਾਂ ਨੇ ਯੋਗਦਾਨ ਦੇਣਾ ਹੈ। ਮਨ ਔਰ ਤਨ ਦੋਨੋਂ ਰਾਤਾ ਰੱਤਿਆ ਗਿਆ। ਮਨ ਜਿਹੜਾ ਸੀਗਾ ਸੁਰਤ ਦੇ ਦੁਆਰਾ ਬਾਹਰ ਪਦਾਰਥਾਂ ਦੇ ਵਿੱਚ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੁਆਰਾ ਘੁੰਮਦਾ ਸੀਗਾ, ਹਟ ਗਿਆ, ਉਸ ਰਾਮ ਦੇ ਪਿਆਰੇ ਦੇ ਨਾਲ ਰੱਤਿਆ ਗਿਆ। ਹੁਣ ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ। ਇਹ ਸੰਤੋ ਸਾਧੂਓ, ਕਹਿੰਦੇ ਪਰਮਾਤਮਾ ਦੀ ਭਗਤੀ ਆ ਬਣ ਆਈ ਭਗਤੀ। ਮਾਲਕ ਦੇ ਨਾਲ ਮੇਰੀ ਬਣ ਆਈ ਭਾਈ, ਮੇਰੀ ਮਾਲਕ ਦੇ ਨਾਲ ਹੋ ਗਈ ਮਿੱਤਰਤਾ ਦੋਸਤੀ, ਮੇਰੀ ਪ੍ਰੀਤ ਮਾਲਕ ਦੇ ਨਾਲ ਪੈ ਗਈ। ਪ੍ਰੇਮ ਭਗਤ ਬਣ ਆਏ। ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ। ਕਿਵੇਂ ਕੀ ਹੋਇਆ? ਸਤਿਗੁਰੇ ਖੇਪ ਨਿਭਾਈ ਸੰਤੋ। ਵਾਹ ਜੀ ਵਾਹ, ਗੁਰੂ ਨੇ ਕੀਤਾ ਭਾਈ, ਗੁਰੂ ਨੇ ਕੀਤਾ। ਗੁਰੂ ਦੇ ਜਹਾਜ਼ ਤੇ ਗੁਰੂ ਨੇ ਮੇਰੀ ਖੇਪ ਨਿਭਾ ਦਿੱਤੀ ਭਾਈ। ਗੁਰੂ ਨੇ ਜਿਹੜੇ ਹੈਗੇ ਆ ਮੇਰਾ ਵੀ ਟਾਂਡਾ ਪਾਰ ਉਤਾਰ ਦਿੱਤਾ। ਸਤਿਗੁਰੇ ਖੇਪ ਨਿਭਾਈ ਸੰਤੋ। ਕੀ ਦਿੱਤਾ? ਹਰ ਨਾਮ ਲਾਹਾ ਦਾਸ ਕੋ ਦਿਆ। ਲਾਭ ਦਿੱਤਾ ਦਾਸ ਨੂੰ, ਧਿਆਨ ਸਿਮਰਨ ਦੇ ਦਿੱਤਾ, ਨਾਮ ਵਾਲਾ ਲਾਹਾ ਦੇ ਦਿੱਤਾ। ਸਗਲੀ ਤ੍ਰਿਸ਼ਨ ਉਲਾਹੀ ਸੰਤੋ। ਮੇਰੀ ਤ੍ਰਿਸ਼ਨਾ ਸਾਰੀ ਦੀ ਸਾਰੀ ਖਤਮ ਹੋ ਗਈ, ਲਾ ਦਿੱਤੀ। ਰਹਾਓ ਖੋਜਤ ਲਾਲ ਇੱਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ। ਕਹਿੰਦੇ ਖੋਜਦੇ ਉਹ ਨਾਮ ਪਦਾਰਥ ਵੀ ਆ ਗਿਆ। ਇਸ ਤਰ੍ਹਾਂ ਖੋਜੇ ਰਾਮ ਰਾਮ ਬੋਲ, ਰਾਮ ਰਾਮ ਬੋਲਣਾ ਹੈਗਾ।
ਖੋਜਤ ਖੋਜਤ ਲਾਲ ਇੱਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ। ਕਹਿੰਦੇ ਇਹਦੀ ਤਾਂ ਕੀਮਤ ਹੀ ਨਹੀਂ ਕਹੀ ਜਾ ਸਕਦੀ। ਉਹ ਮਾਲਕ ਪਰਮਾਤਮਾ ਦੀ ਕੀਮਤ ਕੌਣ ਕਹਿ ਸਕਦਾ ਹੈ ਭਾਈ? ਉਹਦੇ ਨਾਮ ਦੀ ਕੀਮਤ ਕੌਣ ਕਹਿ ਸਕਦਾ ਹੈ? ਚਰਨ ਕਮਲ ਸਿਓ ਲਾਗੋ ਧਿਆਨਾ, ਸਾਚੇ ਦਰਸ ਸਮਾਈ ਸੰਤੋ। ਲਓ, ਸੱਚੇ ਦੇ ਦਰਸ ਦੇ ਵਿੱਚ ਸਮਾ ਗਏ, ਚਰਨ ਕਮਲ ਦੇ ਨਾਲ ਧਿਆਨ ਲੱਗ ਗਿਆ। ਦੇਖੋ ਧਿਆਨ ਲਿਖਿਆ ਹੋਇਆ। ਧਿਆਨ ਲੱਗਣਾ ਕੀ ਹੈਗਾ? ਬਾਕੀ ਸਾਰਾ ਕੁਝ ਭੁੱਲ ਜਾਣਾ, ਇਹਨੂੰ ਕਹਿੰਦੇ ਧਿਆਨ। ਜਿਸ ਕੰਮ ਕਰ ਰਹੇ ਹਾਂ ਆਪਾਂ ਉਹਦੇ ਵਿੱਚ ਧਿਆਨ ਲੱਗ ਗਿਆ, ਬਸ ਉੱਥੇ ਆਊਟਪੁੱਟ ਆ ਜਾਏਗੀ। ਕੋਈ ਦੁਨੀਆ ਦਾ ਕੰਮ ਕਰ ਰਹੇ ਹਾਂ ਉਹਦੇ ਵਿੱਚ ਧਿਆਨ ਲਾ ਕੇ ਕਰ ਲਓ, ਸਭ ਤੋਂ ਵਧੀਆ ਹੋ ਜਾਏਗਾ। ਪੜ੍ਹਾਈ ਕਰ ਰਹੇ ਹਾਂ ਧਿਆਨ ਲਾ ਕੇ ਕਰ ਲਓ, ਪਾਸ ਹੋ ਜਾਓਗੇ। ਚਰਨ ਕਮਲ ਸਿਓ ਲਾਗੋ ਧਿਆਨਾ, ਸਾਚੇ ਦਰਸ ਸਮਾਈ ਸੰਤੋ। ਸੱਚੇ ਦਰਸ ਦੇ ਵਿੱਚ ਸਮਾ ਜਾਵਾਂਗੇ। ਆ ਮਾਇਆ ਜਿਹੜੀ ਹੈਗੀ, ਪ੍ਰਕਿਰਤੀ ਜਿਹੜੀ ਹੈਗੀ ਹੈ, ਪਦਾਰਥ ਜਿਹੜੇ ਪੰਜ ਤੱਤ ਜਿਹੜੇ ਹੈਗੇ ਪਾਸੇ ਹੋ ਜਾਣਗੇ। ਗੁਣ ਗਾਵਤ ਗਾਵਤ ਭਏ ਨਿਹਾਲਾ, ਹਰ ਸਿਮਰਤ ਤ੍ਰਿਪਤ ਅਘਾਈ ਸੰਤੋ। ਆਹੀ ਗੁਣ ਗਾਉਣੇ ਆ ਭਾਈ। ਆ ਪ੍ਰੇਮਾ ਭਗਤੀ ਜਿਹੜੀ ਹੈਗੀ, ਨਿਹਾਲ ਹੋ ਜਾਂਦਾ ਇਨਸਾਨ, ਖੁਸ਼ਹਾਲ ਹੋ ਜਾਂਦਾ ਹੈ। ਹਰ ਸਿਮਰਤ ਤ੍ਰਿਪਤ ਅਘਾਈ ਸੰਤੋ। ਆਹੀ ਗੁਣ ਗਾਉਣੇ। ਦੇਖ ਲਓ ਇੱਥੇ ਸਿਮਰਨ ਲਿਖਤਾ, ਤ੍ਰਿਪਤ ਹੋ ਜਾਂਦਾ ਇਨਸਾਨ, ਪੂਰਾ ਅਗਾ ਜਾਂਦਾ, ਰੱਜ ਜਾਂਦਾ ਹੈ ਪੂਰਾ। ਆਤਮ ਰਾਮ ਰਵਿਆ ਸਭ ਥਾਈ। ਪਹਿਲਾਂ ਤਾਂ ਪਤਾ ਹੀ ਨਹੀਂ ਸੀ ਮੈਂ ਕੌਣ ਹੈਗਾ ਆ। ਹੁਣ ਕਹਿੰਦੇ ਆਤਮ ਮੇਰੀ, ਉਹ ਸਾਰੀ ਜਗ੍ਹਾ ਤੇ ਉਹੀ ਨਜ਼ਰ ਆ ਰਿਹਾ। ਮੇਰੀ ਆਤਮਾ ਜੋ ਹੈ ਸਾਰੀ ਜਗ੍ਹਾ ਤੇ ਇੱਕ ਹੋ ਗਈ। ਸਾਰੀ ਜਗ੍ਹਾ ਤੇ ਉਹ ਆਤਮਾ ਹੀ ਆਤਮਾ ਹੈਗੀ, ਸਾਰੀ ਜਗ੍ਹਾ ਤੇ ਹੋਰ ਕੁਛ ਨਹੀਂ ਹੈਗਾ। ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੇ ਕਤ ਜਾਏ ਸੰਤੋ। ਹੁਣ ਕਿੱਥੇ ਜਾਣਾ ਤੇ ਕਿੱਥੇ ਆਉਣਾ ਹੈ ਭਾਈ? ਉਹਦੇ ਵਿੱਚ ਤਾਂ ਹੈਗੇ। ਆਦ ਜੁਗਾਦੀ ਹੈਪੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ। ਕਹਿੰਦੇ ਉਹ ਤਾਂ ਪਹਿਲਾਂ ਵੀ ਸੀਗਾ, ਜੁਗਾਂ ਤੋਂ ਪਹਿਲਾਂ ਵੀ ਸੀਗਾ ਭਾਈ, ਹੁਣ ਵੀ ਹੈਗਾ ਤੇ ਗਾਹਾਂ ਵੀ ਰਹੂਗਾ। ਸਾਰੇ ਜੀਵਾਂ ਨੂੰ ਦੁੱਖ ਸੁੱਖ ਦੇਣ ਵਾਲਾ ਉਹ ਮਾਲਕ ਪਰਮਾਤਮਾ। ਇਹ ਅਭਿਆਸੀਓ, ਇਹ ਸਾਧੂਓ, ਇਹ ਸੰਤੋ, ਦੇਰੀ ਨਾ ਕਰੋ। ਆਪ ਬੇਅੰਤ ਅੰਤ ਨਹੀਂ ਪਾਈਏ, ਪੂਰ ਰਿਹਾ ਸਭ ਠਾਈ ਸੰਤੋ। ਉਹ ਤਾਂ ਬੇਅੰਤ ਹੈਗਾ ਭਾਈ, ਉਹਦਾ ਅੰਤ ਥੋੜੀ ਨਾ ਕੋਈ ਪਾ ਸਕਦੇ। ਹਰ ਜਗ੍ਹਾ ਤੇ ਪੂਰਾ ਹੈਗਾ, ਪੂਰ ਰਿਹਾ ਸਭ ਠਾਈ ਸੰਤੋ। ਹਰ ਜਗ੍ਹਾ ਤੇ, ਕਿੱਥੇ ਭਟਕਣ ਦੀ ਲੋੜ ਨਹੀਂ ਹੈ ਭਾਈ। ਕੁਛ ਕਰਨ ਦੀ ਲੋੜ ਨਹੀਂ, ਆਪਣੇ ਅੰਦਰ ਵੜਨ ਦੀ ਲੋੜ ਹੈਗੀ ਆ ਭਾਈ। ਆਪ ਬੇਅੰਤ ਆਪਣੀ ਸੁਰਤ ਜਿਹੜੀ ਹੈਗੀ ਆ, ਬਸ ਮਨ ਪਤੰਦਰ ਜਿਹੜਾ ਹੈਗਾ, ਇਹਦੇ ਵਿੱਚ ਵਾਪਸ ਸੁਰਤ ਲੈ ਜਾਓ। ਆਪ ਬੇਅੰਤ ਅੰਤ ਨਹੀਂ ਪਾਈਏ, ਪੂਰ ਰਿਹਾ ਸਭ ਠਾਈ ਸੰਤੋ। ਮੀਤ ਸਾਜਨ ਮਾਲ ਜੋਬਨ ਸੁਤ, ਮਿੱਤਰ ਸੱਜਣ, ਸਾਰਾ ਮਾਲ ਦੇਣ ਵਾਲਾ, ਸੋ ਜੋ ਵੀ ਜਿੱਥੇ ਪਿੱਛੇ ਭਟਕ ਰਹੇ ਆ ਆਪਾਂ, ਜਵਾਨੀ ਦੇਣ ਵਾਲਾ ਮਾਲਕ ਪਰਮਾਤਮਾ, ਬੱਚੇ ਦੇਣ ਵਾਲਾ ਮਾਲਕ ਪਰਮਾਤਮਾ, ਉਹੀ ਹੈ ਸਾਰਾ। ਸਾਰਾ ਦਾਤ ਦਿੱਤੀ ਹੈ ਤਾਂ ਆਪਾਂ ਨੂੰ ਦਾਤ ਪਿਆਰੀ ਹੈ, ਦਾਤਾ ਵਿਸਰ ਗਿਆ। ਮੀਤ ਸਾਜਨ ਮਾਲ ਜੋਬਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ। ਕਹਿੰਦੇ ਉਹ ਤਾਂ ਮੇਰਾ ਮਾਂ ਪਿਓ ਵੀ ਉਹੀ ਹੈ ਭਾਈ, ਉਹੀ ਆ ਭਾਈ। ਦੂਸਰਾ ਮੋਤੀ ਲੜੀ ਦਾ ਸੀਗਾ। ਇੱਕ ਹੋਰ ਕਮਾਲ ਹੀ ਹੋਈ ਪਈ ਹੈ ਜੀ, ਕਮਾਲ ਹੈ। ਤਿੰਨ ਹੈਗੇ ਸ਼ਬਦ। ਬੰਦੇ ਖੋਜ ਦਿਲ ਹਰ ਰੋਜ਼। ਹਾਂਜੀ, ਰਾਮਕਲੀ। ਹਾਂਜੀ, ਰਾਮਕਲੀ ਮਹੱਲਾ ਪੰਜਵਾਂ। ਮਨ ਬਚ ਕਰਮ ਰਾਮ ਨਾਮ ਚਿਤਾਰੀ। ਦੇਖੋ ਹੁਣ ਕਹਿੰਦੇ ਮਨ ਵੀ ਤੇ ਬਚਨ ਵੀ, ਮਨ ਦੇ ਅੰਦਰ ਵੀ ਤੇ ਮੂੰਹ ਦੇ ਉੱਤੇ ਵੀ ਤੇ ਐਕਸ਼ਨ ਦੇ ਵਿੱਚ ਵੀ। ਕਰਮ ਇੱਕ ਮਾਤਰਾ ਘਟਾਉਣੀ ਥੋੜੀ ਜਿਹੀ, ਐਕਸ਼ਨ ਦੇ ਵਿੱਚ ਵੀ ਰਾਮ ਨਾਮ ਚਿਤਾਰੀ। ਬਸ ਪਰਮੇਸ਼ਰ ਦਾ ਨਾਮ ਚਿੱਤ ਤੇ ਹੈਗਾ, ਆਹੀ ਹੈ ਪਟਲ ਦੇ ਉੱਤੇ। ਮਨ ਕਰਕੇ, ਬਚਨਾ ਕਰਕੇ ਔਰ ਐਕਸ਼ਨ ਕਰਕੇ। ਤਿੰਨ ਕਰਮ, ਤਿੰਨ ਤਰੀਕੇ ਨਾਲ ਆਪਾਂ ਕਰਮ ਕਰਦੇ ਹਾਂ। ਇਹ ਤਿੰਨੋਂ ਕਰਮ ਵਾਚੇ ਜਾਂਦੇ ਆ। ਫਿਜ਼ੀਕਲੀ ਕਿਸੇ ਨਾਲ ਹਿੱਟ ਕਰ ਦੋ, ਕਰਮ, ਉਹ ਐਕਸ਼ਨ ਹੋ ਗਿਆ। ਬਚਨ ਕਰਕੇ ਮੂੰਹ ਦੇ ਨਾਲ ਬੋਲ ਦੋ, ਉਹ ਵੀ ਜਿਹੜਾ ਹੈਗਾ ਉਹ ਵੀ ਕਾਊਂਟ ਹੋ ਗਿਆ। ਮਨ ਦੇ ਵਿੱਚ ਕਿਸੇ ਦੇ ਪ੍ਰਤੀ ਜਿਹੜਾ ਹੈਗਾ ਆਪਾਂ ਨੈਗੇਟਿਵਿਟੀ ਲੈ ਲਈਏ, ਉਹ ਵੀ ਕਾਊਂਟ ਹੋ ਜਾਏਗੀ।
ਬਹੁਤ ਬਹੁਤ ਬਰੀਕ ਹੈ ਭਾਈ, ਰਸਤਾ ਬਹੁਤ ਬਰੀਕ ਹੈਗਾ। ਮਨ ਬਚ ਕਰਮ ਰਾਮ ਨਾਮ ਚਿਤਾਰੀ, ਕੋਮਨ ਕੇਰ ਮਹਾ ਵਿਖਿਆ ਕੋਮਨ ਕੇਰ ਮਹਾ ਅਤ ਵਿਖੜੀ, ਗੁਰਮੁਖ ਨਾਨਕ ਪਾਰ ਉਤਾਰੀ ਰਹਾਓ। ਕਹਿੰਦੇ ਪਿਆਰਿਆ, ਇਹ ਘੁੰਮਣ ਘੇਰੀ ਹੈਗੀ ਆ, ਐਵੇਂ ਨਾ ਸੋਚ ਇਸ ਮਾਇਆ ਨੂੰ। ਬਹੁਤ ਬਹੁਤ ਵਿਖੜੀ ਹੈ, ਬਹੁਤ ਔਖਾ ਕੰਮ ਹੈ, ਬਹੁਤ ਔਖਾ ਹੈ ਭਾਈ। ਇਹਦੇ ਵਿੱਚ ਭੰਬਲ ਭੂਸੇ 'ਚ ਪੈ ਗਿਆ ਤੇ ਨਿਕਲਣਾ ਇੱਕ ਘੁੰਮਣ ਘੇਰੀ ਆ, ਜਿਵੇਂ ਵਰਲਡ ਪੂਲ। ਘੁੰਮਣ ਘੇਰ ਮਹਾ ਅਤ ਵਿਖੜੀ, ਗੁਰਮੁਖ ਨਾਨਕ ਪਾਰ ਉਤਾਰੀ। ਦੇਖ ਲਾ, ਗੁਰੂ ਨੂੰ ਸਤਿਗੁਰੂ ਮੈਂ ਪਾਇਆ ਤਾਂ ਦੀ ਗੱਲ ਬਣਨੀ ਆ ਭਾਈ। ਐਸੇ ਤਰੀਕੇ ਦੇ ਨਾਲ ਪਾਰ ਉਤਰ ਸਕਦਾ ਹੈ, ਗੁਰੂ ਹੀ ਪਾਰ ਉਤਾਰ ਸਕਦਾ ਹੈ। ਜੇ ਬ੍ਰਹਮ ਗਿਆਨ ਲੈ ਲੇਗਾ, ਜੇ ਗੁਰੂ ਦੇ ਅਨੁਸਾਰ ਚੱਲ ਪਏਗਾ ਭਾਈ। ਰਹਾਓ ਅੰਤਰ ਸੁਖਾ ਬਾਹਰ ਸੁਖਾ, ਹਰ ਜਪ ਮਲਨ ਪਏ ਦੁਸ਼ਟਾਰੀ। ਕਹਿੰਦੇ ਤੇਰੇ ਅੰਦਰ ਵੀ ਸੁੱਖ ਹੋ ਜਾਊਗਾ, ਤੇਰੇ ਅੰਦਰ ਵੀ ਜਿਹੜੀ ਇੰਨੀ ਅੱਗ ਬਲ ਰਹੀ ਹੈ ਸੁੱਖ, ਇਹ ਤ੍ਰਿਸ਼ਨਾ ਦੀ, ਅੰਤਰ ਸੁੱਖ, ਤੇਰੇ ਵਿਚਾਰ ਬੰਦ ਹੋ ਜਾਣਗੇ। ਬਾਹਰ ਸੁੱਖ ਆ, ਬਾਹਰ ਵੀ ਸੁੱਖ ਹੋ ਜਾਏਗਾ ਭਾਈ। ਹਰ ਜਪ ਮਲਨ ਪਏ ਦੁਸ਼ਟਾਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਦੜੇ ਮੜੇ ਜਾਣਗੇ ਭਾਈ, ਦਲੇ ਮਲੇ ਜਾਣਗੇ ਇਹ ਧਿਆਨ ਸਿਮਰਨ ਦੇ ਨਾਲ। ਹਰ ਜਪ ਕੀ ਕਰਨਾ ਹੈ, ਕਾਰਵਾਈ ਕੀ ਹੈ? ਮਨ ਵਚ ਕਰਮ ਰਾਮ ਨਾਮ ਚਿਤਾਰੀ, ਆ ਕਾਰਵਾਈ ਹੈ। ਜਿਸ ਤੇ ਲਾਗੇ ਤਿਨੈ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਧਾਰੀ। ਮਾਲਕ ਨੇ ਲਗਾਏ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤ੍ਰਿਸ਼ਨਾ ਤਮਾ ਪਦਾਰਥਾਂ ਦੀ ਚੋਗਾ ਸੁੱਟਿਆ, ਪਰਮਾਤਮਾ ਨੇ ਸੁੱਟਿਆ ਹੈ। ਉਸ ਚੋਂ ਆਪਾਂ ਜਿੱਤ ਜਾਵਾਂਗੇ ਪਰਮਾਤਮਾ ਤੋਂ ਭਾਈ ਨਾ। ਆਹੀ ਤਰੀਕਾ ਹੈ। ਮਾਲਕ ਕਹਿੰਦਾ ਹੈ ਗੁਰੂ ਗਾਈਡ ਤੋਂ ਲੈ ਲਾ ਭਾਈ, ਕਿਸ ਤਰ੍ਹਾਂ ਇਹਨੂੰ ਜਿੱਤਣਾ ਹੈ। ਇਹ ਫਾਰਮੂਲਾ 44। ਜਿਸ ਤੇ ਲਾਗੇ ਤਿਨੇ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਧਾਰੀ। ਇਸ ਤਰ੍ਹਾਂ ਆ, ਕਹਿੰਦੇ ਜਿਹਨੇ ਲਾਏ ਆ ਉਸੇ ਨੇ ਦੂਰ ਕਰਨੇ ਆ ਭਾਈ, ਔਰ ਐਸੇ ਤਰੀਕੇ ਨਾਲ ਦੂਰ ਕਰਨੇ ਆ। ਕਹਿੰਦੇ ਤੇਰੇ ਵਿਚਾਰਾਂ ਦੇ ਨਾਲ ਤਾਂ ਲੱਗੇ ਹੋਏ, ਤੈਨੂੰ ਵਿਚਾਰਾਂ ਦੇ ਨਾਲ ਫੜਨਾ ਹੈ, ਇਹਨੇ ਮਾਇਆ ਨੇ ਫੜਨਾ ਹੈ, ਵਿਚਾਰਾਂ ਦੇ ਨਾਲ ਫੜਨਾ ਹੈ। ਔਰ ਗੁਰੂ ਕਹਿੰਦਾ ਸਭ ਤੋਂ ਪਹਿਲਾਂ ਕਹਿੰਦਾ ਭਗਤੀ ਹੈ ਹੀ ਵਿਚਾਰ ਬੰਦ ਕਰਨੇ, ਹੋਰ ਕੋਈ ਭਗਤੀ ਨਹੀਂ ਹੈਗੀ। ਜਿਸ ਤੇ ਲਾਗੇ ਤਿਨੇ ਨਿਵਾਰੇ, ਪ੍ਰਭ ਜੀਓ ਆਪਣੀ ਕਿਰਪਾ ਧਾਰੀ। ਮਾਲਕ ਨੇ ਕਿਰਪਾ ਕਰਨੀ ਹੈ ਭਾਈ। ਉਧਰੇ ਸੰਤ ਜੇ ਪਰੇ ਹਰ ਸਰਣੀ, ਜਿਹੜੇ ਸਰਣੀ ਪੈ ਗਏ, ਜਿਨ੍ਹਾਂ ਨੇ ਸ਼ੁਰੂ ਕਰਤਾ ਗੁਰੂ ਦੇ ਅਨੁਸਾਰ ਯਾਤਰਾ ਸ਼ੁਰੂ ਕਰਤੀ, ਬਸ ਉਧਰ ਗਏ ਸੰਤ। ਉਹ ਲੋਕ ਉਹ ਸੰਤ ਹੋ ਗਏ ਭਾਈ, ਉਹ ਉਧਰ ਗਏ। ਪਰ ਜਿਹੜੇ ਹੈਗੇ ਮੋਢਾ ਮਾਰ ਦਿੱਤਾ ਜਿਨ੍ਹਾਂ ਨੇ, ਪਚ ਬਿਨਸੇ ਮਹਾ ਅਹੰਕਾਰੀ। ਕਹਿੰਦੇ ਉਹ ਤਾਂ ਮਹਾ ਅਹੰਕਾਰੀ ਹੈਗੇ ਵੀ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਨਾਲ ਗੁਰੂ ਦੀ ਗੱਲ ਸੁਣ ਕੇ ਵੀ ਨਹੀਂ ਉਹਨਾਂ ਨੇ ਮੰਨੀ। ਫਿਰ ਕਹਿੰਦੇ ਫਿਰ ਤਾਂ ਉਹ ਪਚ ਜਾਣਾ, ਬਿਨਸ ਜਾਣਾ ਹੈ ਉਹਨਾਂ ਦੇ ਮਨੁੱਖੀ ਜੀਵਨ ਵੇਸਟ ਹੋ ਜਾਣੀ ਹੈ। ਦੇਖ ਲਓ ਭਾਈ, ਆਪਾਂ ਦੇਖ ਲਓ ਆਪਣੇ ਕੋਲ ਕੀ ਹੈਗਾ। ਆਪਾਂ ਆਪਣੇ ਜੀਵਨ ਨੂੰ ਦੇਖ ਲਈਏ, ਘੋਖ ਲਈਏ ਬਈ ਇੰਨਾ ਆਪਾਂ ਨੇ ਇਸ ਤਰੀਕੇ ਨਾਲ ਯਾਤਰਾ ਕਰ ਰਹੇ ਹਾਂ, ਅਤੇ ਕੀ ਹੈਗਾ ਆਪਣੇ ਪੱਲੇ ਇਸ ਟਾਈਮ। ਅਤੇ ਸੇਮ ਰੂਟੀਨ ਸੇਮ ਹੈਗਾ, ਯਾਤਰਾ ਵੀ ਸੇਮ ਉਸ ਤਰ੍ਹਾਂ ਹੀ ਕਰ ਰਹੇ ਹਾਂ ਆਪਾਂ। ਅਤੇ ਗਾਹਾਂ ਜਾ ਕੇ ਵੀ ਇਹੀ ਹਾਲਤ ਹੋਣੀ ਹੈ। ਗਾਹਾਂ ਤਾਂ ਹੋਰ ਜਿਹੜਾ ਹੈਗਾ ਆਪਣੀਆਂ ਸ਼ਕਤੀ ਘੱਟ ਜਾਣੀ ਹੈ, ਇੰਦਰੀਆਂ ਦੀ, ਪਦਾਰਥਾਂ ਨੂੰ ਭੋਗਣ ਦਾ ਵੀ ਆਪਣੀ ਅਸਮਰਥ ਹੋ ਜਾਵਾਂਗੇ। ਇਸ ਤੋਂ ਔਰ ਫਿਰ ਬਿਮਾਰੀਆਂ ਪੈਦਾ ਹੋ ਜਾਣਗੀਆਂ। ਜਿੰਨਾ ਜ਼ਿਆਦਾ ਨੈਗੇਟਿਵਿਟੀ ਦੇ ਵਿੱਚ ਇਹਦੇ ਵਿੱਚ ਗੱਡੀ ਚਲਾਵਾਂਗੇ, ਓਨੀ ਗੱਡੀ ਆਪਣੀ ਕੰਡਮ ਹੋ ਜਾਣੀ ਹੈ। ਕਿਉਂਕਿ ਸਰੀਰ ਤਾਂ ਉਹੀ ਹੈ ਨਾ, ਸਰੀਰ ਤਾਂ ਇੱਕ ਮਾਲਕ ਨੇ ਸਰੀਰ ਦੇ ਦਿੱਤਾ, ਇਹਨੂੰ ਮਿਸਯੂਜ਼ ਕਰਾਂਗੇ ਤੇ ਆਪਾਂ ਇਹ ਸਰੀਰ ਤਾਂ ਜਾਏਗਾ ਹੀ ਜਾਏਗਾ ਭਾਈ। ਦੇਖ ਲਓ ਜਿਹੜੇ ਦਾਰੂ ਪੀਣ ਵਾਲੇ ਬਾਅਦ ਫਾਈਨਲੀ ਜਿਹੜਾ ਹੈਗਾ ਇੱਕਦਮ ਹੀ ਪੜਾਕਾ ਪੈਂਦਾ, ਜਦ 99% ਤੇ ਆ ਜਾਂਦਾ ਹੈ, ਪੂਰਾ ਦਾ ਪੂਰਾ ਲੀਵਰ ਡੈਮੇਜ, ਕਿਡਨੀ ਡੈਮੇਜ, ਸਾਰਾ ਦਾ ਸਾਰਾ ਉਦੋਂ ਹੀ ਪਤਾ ਲੱਗਦਾ ਬੰਦੇ ਨੂੰ। ਉਸ ਤੋਂ ਪਹਿਲਾਂ ਕੁਛ ਨਹੀਂ ਪਤਾ ਲੱਗਦਾ। ਬੰਦਾ ਤਾਂ ਸੋਚਦਾ ਮੈਂ ਤਾਂ ਵਧੀਆ, ਬਿਲਕੁਲ ਫਸਟ ਕਲਾਸ ਇੰਜੋਏ ਕਰ ਰਿਹਾ। ਉਧਰੇ ਸੰਤ ਪਰੇ ਹਰ ਸਰਣੀ, ਪਚ ਬਿਨਸੇ ਮਹਾ ਅਹੰਕਾਰੀ। ਔਰ ਇੰਟੈਸਟਾਈਨ ਤੱਕ ਵੀ ਮੈਂ ਦੇਖਿਆ ਨਾ ਵੀ ਦਾਰੂ ਪੀਣ ਵਾਲੇ ਇੰਟੈਸਟਾਈਨ ਜਿਹੜੀ ਹੈਗੀ ਉਹ ਵੀ ਜਿਹੜੀ ਉਹਨਾਂ ਨੇ ਨਕਲੀ ਪਾਈ ਹੋਈ ਵਿੱਚ, ਫਿਰ ਵੀ ਜਿਹੜਾ ਹੈਗਾ ਲੇਟ ਕੇ ਬੈਠਿਆ ਨਹੀਂ ਜਾ ਰਿਹਾ। ਮੈਂ ਤਾਂ ਇੱਥੇ ਤੱਕ ਦੇਖਿਆ ਹੈ ਬੰਦਾ ਬੈਠਿਆ ਨਹੀਂ ਜਾ ਰਿਹਾ, ਪਰ ਫਿਰ ਵੀ ਦਾਰੂ ਦੇ ਪੈਗ ਲਾਈ ਜਾ ਰਿਹਾ।
ਉਦਰੇ ਸੰਤ ਪਰੇ ਹਰ ਸਰਣੀ ਪਚ ਬਿਨਸੇ ਮਹਾ ਅਹੰਕਾਰੀ। ਸੰਤ ਉਧਰ ਜਾਂਦੇ ਆ ਪਾਏ ਜਿਹੜੇ ਗੁਰੂ ਦੀ ਗੱਲ ਮੰਨ ਜਾਂਦੇ। ਸਰਣੀ ਪੈਣਾ, ਹਰ ਸਰਣੀ, ਪਰਮਾਤਮਾ ਦੀ ਸਰਣੀ ਪੈਣਾ ਕੀ ਹੈ? ਗੁਰੂ ਕਹਿੰਦਾ ਭਈ ਮਾਲਕ ਦੇ ਨਾਲ ਜੁੜ। ਗੁਰੂ ਥੋੜੀ ਨਾ ਆਪਣੀ ਸ਼ਰਣੀ ਪਾਉਂਦਾ, ਆਪਣੀ ਸ਼ਰਣੀ ਪੈਰੀਂ ਹੱਥ ਲਵਾਉਂਦਾ ਹੈ। ਉਹ ਤਾਂ ਕਹਿੰਦਾ ਉਹ ਮਾਲਕ ਪਰਮਾਤਮਾ ਹੈ, ਉਹ ਚੰਦਰਮਾ, ਉਹ ਮਾਲਕ ਮੈਂ ਉਹਦੇ ਨਾਲ ਜੁੜਿਆ ਪਿਆਰਿਆ, ਤੂੰ ਵੀ ਉਹਦੇ ਨਾਲ ਜੁੜ ਜਾ। ਉਦਰੇ ਸੰਤ ਪਰੇ ਹਰ ਸਰਣੀ ਪਚ ਬਿਨਸੇ ਮਹਾ ਅਹੰਕਾਰੀ। ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ। ਦੇਖੋ ਭਾਈ, ਫਿਰ ਬਾਰ-ਬਾਰ ਮਹਾਰਾਜ ਦੀ ਬਾਣੀ, ਇਸ ਤੋਂ ਉੱਪਰ ਕੀ ਕਹਿ ਸਕਦੇ ਆ ਭਾਈ? ਕਹਿੰਦੇ ਗੁਰੂ ਦੀ ਸੰਗਤ ਦੇ ਨਾਲ ਆਹ ਫਲ ਮਿਲਦਾ ਆ ਸਿਰਫ ਨਾਮ ਦੇ ਆਧਾਰ ਦੇ ਨਾਲ। ਜਿਹਨੇ ਨਾਮ ਦਾ ਆਸਰਾ ਲੈ ਲਿਆ, ਸਿਰਫ ਲਿਖਿਆ ਹੋਇਆ, ਸਿਰਫ ਇੱਕ। ਦੇਖੋ ਦੋ ਜਗ੍ਹਾ, ਇੱਕ ਲਿਖਿਆ, ਫਿਰ ਕੇਵਲ ਲਿਖਿਆ, ਫਿਰ ਨਾਮ ਦੇ ਮਮੇ ਨੂੰ ਵੀ ਔਂਕੜ ਲਗਾਏ। ਇਸ ਤੋਂ ਜ਼ਿਆਦਾ ਬਾਣੀ ਕੀ ਕਰ ਸਕਦੀ ਹੈ ਭਾਈ? ਫਿਰ ਵੀ ਆਪਾਂ ਜਿਹੜੇ ਹੈਗੇ ਨਹੀਂ, ਇਹਨੂੰ ਇੱਕ ਨੂੰ ਨਹੀਂ ਫੜ, ਇੱਕ ਨਾਮ ਦਾ ਆਧਾਰ ਲੈਂਦੇ ਹੀ ਨਹੀਂ ਆਪਾਂ। ਫਿਰ ਜਿਹੜੇ ਹੈਗੇ ਇਹਨੂੰ ਡਾਇਲੂਟ ਕਰ ਦੇਣਾ ਆਪਾਂ ਨੇ। ਬਈ ਆ ਵੀ ਤਾਂ ਭਗਤੀ ਹੈਗੀ, ਆ ਨਿਤਨੇਮ ਵੀ ਤਾਂ ਹੈਗਾ, ਆ ਵੀ ਤਾਂ ਹੈਗਾ, ਸਵੇਰੇ ਉੱਠਣਾ ਵੀ ਤਾਂ ਹੈ, ਨਹਾਉਣਾ ਵੀ ਤਾਂ ਹੈਗਾ, ਤੀਰਥਾਂ 'ਤੇ ਵੀ ਤਾਂ ਜਾਣਾ ਹੈਗਾ, ਆ ਇੱਧਰੋਂ ਉੱਧਰੋਂ ਸਰਫਿੰਗ ਵੀ ਕਰਨੀ ਹੈਗੀ ਆ, ਇਹਦੀ ਇਹਨਾਂ ਦੀ ਵੀ ਸੁਣਨੀ ਹੈਗੀ, ਉਹਦਾ ਵੀ ਸੁਣਨਾ ਹੈਗਾ, ਸਾਰਾ ਦਾ ਸਾਰਾ। ਮੈਂ ਤਾਂ ਫਿਰ ਜਿਹੜਾ ਹੈ ਨਾ ਉਹ ਕੰਪਲੇਂਟ ਕੀਤੀ, ਜਿਹੜੇ ਹੈਗੇ ਉਹ ਅਸੀਂ ਫਿਰ ਜਿਹੜਾ ਹੈਗਾ ਉਹਦੇ 'ਤੇ ਫਿਰ ਜਿਹੜਾ ਹੈਗਾ ਐਡਮਿਨ ਨੂੰ ਪਾਵਰ ਦੇ ਦਿੱਤੀ ਹੈ ਹੁਣ ਗਰੁੱਪ ਦੇ ਵਿੱਚ। ਕਿਉਂਕਿ ਇੱਧਰੋਂ ਉੱਧਰੋਂ ਜਿਹੜਾ ਹੈਗਾ ਪਾਈ ਜਾ ਰਹੇ, ਨਹੀਂ ਮੰਨਦੇ ਤੇ ਛੱਡੋ। ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ। ਸਾਧੂ ਸੰਗਤ ਇਹ ਫਲ ਪਾਇਆ। ਗੁਰੂ ਦੀ ਗੱਲ ਮੰਨਣ ਦੇ ਨਾਲ ਹੀ ਆਹ ਫਲ ਮਿਲਣਾ ਹੈ ਭਾਈ। ਔਰ ਗੁਰੂ ਦੀ ਗੱਲ ਵੀ ਇੱਕੋ ਹੀ ਗੱਲ ਆ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਆਹੀ ਇੱਕ ਕੇਵਲ ਨਾਮ ਆਧਾਰੀ, ਆਹੀ ਸਿੱਖਿਆ ਹੈਗੀ ਭਾਈ। ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਟੀ ਜੋਤ ਤੁਮਾਰੀ। ਕੋਈ ਸੂਰਮਾ ਨਹੀਂ ਹੈਗਾ ਦੁਨੀਆ ਦੇ ਵਿੱਚ ਭਾਈ। ਕੋਈ ਜਿਹੜਾ ਹੈਗਾ ਕਮਜ਼ੋਰ ਨਹੀਂ ਹੈਗਾ, ਕੋਈ ਸੂਰਮਾ ਨਹੀਂ, ਕੋਈ ਕਮਜ਼ੋਰ ਨਹੀਂ ਹੈਗਾ। ਬਸ ਸਾਰਿਆਂ ਦੇ ਅੰਦਰ ਉਹ ਮਾਲਕ ਦੀ ਜੋਤ ਹੈਗੀ। ਸਭ ਪ੍ਰਗਟੀ ਜੋਤ ਤੁਮਾਰੀ। ਤੁਮ ਸਮਰੱਥ, ਤੁਮ ਹੈ ਸਮਰੱਥ। ਇਹ ਮਾੜਾ ਜਿਹਾ ਹਲੰਤ ਲੱਗਿਆ ਹੋਇਆ ਹੈ, ਥੋੜਾ ਜਿਹਾ ਬੁਲਾਵਾਂਗੇ ਤੇ ਬਹੁਤ ਤੁਮ ਹੈ ਸਮਰੱਥ ਅਕਥ ਅਗੋਚਰ, ਬਹੁਤ ਰਿਸਪੈਕਟ ਆ ਜਾਂਦਾ ਹੈ। ਤੁਮ ਹੈ ਸਮਰੱਥ ਅਕਥ ਅਗੋਚਰ, ਰਵਿਆ ਏਕ ਮੁਰਾਰੀ। ਕਹਿੰਦੇ ਤੂੰ ਹਰ ਜਗ੍ਹਾ ਤੇ ਉਹੀ ਮਾਲਕ ਪਰਮਾਤਮਾ ਰਵਿਆ ਹੋਇਆ। ਮੁਰਾਰੀ ਕਹਿੰਦੇ ਆ ਜਿਹੜਾ ਪਾਪਾਂ ਨੂੰ ਮੁਰ ਕਰ ਦਿੰਦਾ, ਪਾਪ ਖਤਮ ਕਰ ਦਿੰਦਾ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾਵਾਰੀ। ਹੇ ਮੇਰੇ ਮਾਲਕਾ, ਤੇਰੀ ਕੀਮਤ ਕੌਣ ਕਰ ਸਕਦਾ ਹੈ? ਤੇਰਾ ਅੰਤ ਨਹੀਂ ਹੈ, ਤੇਰਾ ਪਾਰਾਵਾਰ ਨਹੀਂ ਹੈ, ਤੂੰ ਤਾਂ ਬੇਅੰਤ ਹੈਗਾ। ਸ਼ਬਦ ਕਲੋਜ਼ ਹੋ ਰਿਹਾ ਹੈ। ਨਾਮਦਾਨ ਨਾਨਕ ਵਡਿਆਈ, ਤੇਰਿਆਂ ਸੰਤ ਜਨਾ ਰੇ ਨਾਰੀ। ਕਹਿੰਦੇ ਮੈਨੂੰ ਤਾਂ ਆਹ ਵਡਿਆਈ ਚਾਹੀਦੀ ਹੈ ਮਾਲਕਾ, ਮੈਨੂੰ ਨਾਮ ਦਾ ਦਾਨ ਦੇ, ਆਹ ਵਡਿਆਈ ਦੇ। ਮੈਂ ਤਾਂ ਤੇਰੇ ਸੰਤ ਜਨਾਂ ਤੋਂ ਸਦਕੇ ਜਾਣਾ ਹੈ, ਉਹਨਾਂ ਦੀ ਚਰਨ ਧੂੜ ਦੇ ਮੈਨੂੰ। ਤੇਰਿਆਂ ਸੰਤ ਜਨਾ ਰੇ ਨਾਰੀ। ਇਸ ਤੋਂ ਅੱਗੇ ਆਨੰਦ ਸਾਹਿਬ ਦੀ ਬਾਣੀ ਆ ਰਹੀ ਹੈ ਭਾਈ। ਸਮਾਂ ਹੈਗਾ ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆ ਦੇਖੋ ਭਾਈ, ਇੱਥੇ ਜਿਹੜੀ ਇੱਕ ਲਾਈਨ ਦੇ ਵਿੱਚ ਹੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਪਾ ਲਿਆ ਉਹਨਾਂ ਦੇ ਅੰਦਰ ਖੇੜਾ ਹੋਣਾ ਚਾਹੀਦਾ ਹੈ, ਝੁਰਨਾ ਨਹੀਂ ਹੋਣਾ ਚਾਹੀਦਾ। ਉਹ 24 ਘੰਟੇ ਮਾਇਆ ਦੇ ਵਿੱਚ ਗਲਤਾਨ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੇ ਵਜੀਆਂ ਵਧਾਈਆਂ। ਸਤਿਗੁਰ ਤਾਂ ਪਾਇਆ। ਕਹਿੰਦੇ ਆਹ ਚੀਜ਼ ਤੇਰੇ ਅੰਦਰ ਹੋਣੀ ਚਾਹੀਦੀ ਤਾਂ ਸਤਿਗੁਰੂ ਪਾਇਆ। ਤੇਰੇ ਅੰਦਰ ਸਹਿਜ ਅਵਸਥਾ ਹੋਣੀ ਚਾਹੀਦੀ ਆ, ਤੇਰੇ ਅੰਦਰ ਖੁਸ਼ੀ ਖੇੜਾ ਹੋਣਾ ਚਾਹੀਦਾ, ਤੇਰੇ ਅੰਦਰ ਤੇਰੇ ਆਨੰਦ ਸ਼ਬਦ ਵਜਣੇ ਚਾਹੀਦੇ ਆ।
ਤਾਂ ਸਤਿਗੁਰੂ ਪਾਇਆ, ਨਹੀਂ ਤਾਂ ਭਾਈ ਸਤਿਗੁਰੂ ਨਹੀਂ ਪਾਇਆ ਹਾਲੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੇ ਵਜੀਆਂ ਵਧਾਈਆਂ। ਇਹ ਦੇਖੋ ਹਰੇਕ ਜਦ ਵੀ ਕੀਰਤਨ ਕਰਦੇ ਆ ਆਨੰਦ ਸਾਹਿਬ 5 ਪੌੜੀਆਂ ਲੈਂਦੇ ਆ ਆਪਾਂ। ਆ ਕੀ ਕਹਿ ਰਹੀ ਹੈ, ਕਿਉਂ ਲੈਂਦੇ ਆ, ਇਹਦਾ ਕੀ ਮਹੱਤਵ ਹੈਗਾ? ਆ ਦੇਖੋ ਇਹਦਾ ਮਹੱਤਵ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਇਹ ਕਿਹੜੇ ਰਾਗ ਰਤਨ ਪਰਵਾਰ ਭਰੀਆਂ ਆ ਗਈਆਂ ਵੀ ਸ਼ਬਦ ਗਾਉਣ ਵਾਸਤੇ? ਅਸਮਾਨ ਤੋਂ ਜਿਹੜੀਆਂ ਟਪਕ ਗਈਆਂ ਪਰੀਆਂ। ਰਾਗ ਰਤਨ, ਕਿਹੜੇ ਰਾਗ ਰਤਨ ਪਾਏ? ਗੁਣ ਆ ਗਏ ਪਾਏ, ਸਤ ਸੰਤੋਖ ਦਇਆ ਧਰਮ ਧੀਰਜ, ਆ ਗੁਣ ਆ ਗਏ, ਆ ਰਤਨ ਮਿਲ ਗਏ, ਆ ਰਤਨ ਲੱਭ ਗਏ। ਸਤਿਗੁਰੂ ਨੂੰ ਮਿਲਣ ਦੇ ਨਾਲ ਆ ਐਕਸਚੇਂਜ ਹੋ ਗਿਆ, ਗੁਰੂ ਤੋਂ ਆ ਚੀਜ਼ਾਂ ਮਿਲ ਗਈਆਂ। ਪਰਿਵਾਰ ਭਰੀਆਂ, ਔਰ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਵੀ ਭਗਤੀ ਦੇ ਵਿੱਚ ਲੱਗ ਗਈਆਂ। ਆ ਪਰਿਵਾਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਆ ਲੋ ਆ ਗਿਆ ਪਰਿਵਾਰ, ਇਕੱਠਾ ਹੋ ਗਿਆ ਸਾਰਾ। ਕੋਈ ਹੁਣ ਜਿਹੜਾ ਹੈਗਾ ਕੋਈ ਵਿਦਰੋਹ ਨਹੀਂ ਕਰ ਰਿਹਾ, ਕੋਈ ਜਿਹੜਾ ਸਵਾਦ ਸੂਦ ਨਹੀਂ ਦਿਖਾ ਰਿਹਾ। ਸਾਰੀਆਂ ਅੱਖਾਂ ਵੀ, ਕੰਨ ਵੀ, ਨੱਕ ਵੀ, ਸਾਰੇ ਇੰਦਰੀਆਂ ਵੀ ਲੱਗ ਗਈਆਂ। ਸ਼ਬਦ ਗਾਵਣ ਆਈਆਂ। ਸ਼ਬਦ ਗਾਵਣ ਕੀ ਆ? ਭਗਤੀ ਕਰਨ ਆ ਗਈਆਂ ਭਾਈ ਸਾਰੀਆਂ। ਵਾਹ ਜੀ ਵਾਹ, ਕਮਾਲ ਹੋ ਗਿਆ, ਕਮਾਲ ਹੋ ਗਿਆ, ਕਮਾਲ ਹੋ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਆਨੰਦ ਆ ਗਿਆ। ਕਿਹੜਾ ਆ ਗਿਆ ਭਾਈ? ਮਨ ਦੇ ਵਿੱਚ ਵਧਾਈਆਂ ਵੱਜਣ ਲੱਗ ਪਈਆਂ। ਓਪਾ ਸ਼ਬਦੋ ਤਾਂ ਗਾਵੋ ਹਰੀ ਕੇਰਾ। ਇੱਕ ਸੈਕਿੰਡ ਜੀ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਆਇਆ ਭਗਤੀ ਪਾਈ, ਆਇਆ ਧਿਆਨ ਸਿਮਰਨ, ਆਇਆ ਸ਼ਬਦ ਉਸ ਮਾਲਕ ਪਰਮਾਤਮਾ ਦਾ। ਮਨ ਜਿਨੀ ਵਸਾਇਆ, ਮਨ ਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ ਪਾਈ ਉਹਨਾਂ ਦੇ ਅੰਦਰ ਆ ਅਵਸਥਾ ਆ ਜਾਣੀ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਆ ਦੇਖੋ ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਔਰ ਐਸੀ ਬਾਣੀ ਆਨੰਦ ਸਾਹਿਬ ਦੀ ਹੈਗੀ ਆ, ਇਹਦੇ ਵਿੱਚ ਹਰੇਕ ਨਾਨਕ ਜਿੱਥੇ ਵੀ ਆਇਆ ਉੱਥੇ ਔਂਕੜ ਲੱਗੀ ਹੋਈ ਹੈ। ਪਰਸਨਲ ਆਪਾਂ ਨੂੰ ਗਿਆਨ ਦੇ ਰਹੇ ਮਹਾਰਾਜ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਕਹਿੰਦੇ ਸਤਿਗੁਰੂ ਮਿਲ ਗਿਆ, ਆਨੰਦ ਹੀ ਆਨੰਦ ਹੋ ਗਿਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਆਇਆ ਭਾਈ ਸਤਿਗੁਰੂ ਦੇ ਪਾਉਣ ਦੀ ਨਿਸ਼ਾਨੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਬਸ ਕਹਿੰਦੇ ਹੁਣ ਤਾਂ ਹਮੇਸ਼ਾ ਲੱਗਿਆ ਰਿਹਾ ਪਿਆਰਿਆ। ਇੰਨਾ ਖੁਸ਼ੀ ਖੇੜਾ ਆ ਗਿਆ, ਇੰਨਾ ਆਨੰਦ ਆ ਗਿਆ। ਬਸ ਹਮੇਸ਼ਾ ਹੀ ਕਰਦੇ ਰਹੇ ਕੰਮ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਦੁੱਖ ਸਾਰੇ ਵਿਸਰ ਜਾਣਗੇ ਪਿਆਰਿਆ, ਪਰਮੇਸ਼ਰ ਦੇ ਨਾਲ ਭਗਤੀ ਕਰਦਾ ਰਹੇਗਾ ਤੇ ਤੂੰ। ਇਹ ਮੇਰੇ ਮਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਉਹ ਮਾਲਕ ਤੈਨੂੰ ਅੰਗੀਕਾਰ ਕਰ ਲੇਗਾ, ਆਪਣੇ ਅੰਗ ਦੇ ਨਾਲ ਗਲ ਦੇ ਨਾਲ ਲਗਾ ਲੇਗਾ, ਤੇਰੇ ਸਾਰੇ ਕੰਮ ਸਵਾਰ ਦੇਗਾ ਪਿਆਰਿਆ। ਤੂੰ ਕਿੱਥੇ ਭਟਕਦਾ ਫਿਰਦਾ ਹੈ, ਕਿੱਥੇ ਤੂੰ ਜਿਹੜਾ ਹੈਗਾ ਇਹ ਸਵਾਹ ਦੇ ਵਿੱਚ, ਚੋਗੇ ਦੇ ਵਿੱਚ, ਇਹ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਕੌਡੀਆਂ ਇਕੱਠੀਆਂ ਕਰਦਾ ਫਿਰਦਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿੰਦੇ ਮਾਲਕ ਪਰਮਾਤਮਾ ਦਾ ਸਾਰਾ ਕੁਝ ਪੈਦਾ ਕਰਨ ਵਾਲਾ ਮਾਲਕ ਪਰਮਾਤਮਾ ਆ। ਉਹਨੇ ਕਿਹੜੀ ਚੀਜ਼, ਉਹਦੇ ਵਾਸਤੇ ਕਿਹੜੀ ਚੀਜ਼ ਜਿਹੜੀ ਹੈਗੀ, ਕਿਹੜੀ ਚੀਜ਼ ਨਹੀਂ ਕਰ ਸਕਦਾ ਉਹ ਮਾਲਕ ਪਰਮਾਤਮਾ। ਸਭਨਾ ਗੱਲਾਂ ਸਮਰੱਥ ਸੁਆਮੀ,
ਸੋ ਕਿਉਂ ਮਨੋ ਵਿਸਾਰੇ, ਕਿਉਂ ਕਾਹਦੇ ਵਾਸਤੇ, ਕਿਉਂ ਉਹਨੂੰ ਮਾਲਕ ਪਰਮਾਤਮਾ ਨੂੰ ਮਨ ਚ ਭੁਲਾਉਣਾ ਹੈ ਭਾਈ? ਉਸੇ ਨੇ ਤਾਂ ਮਾਇਆ ਬਣਾਈ ਹੈ, ਉਸੇ ਨੇ ਤਾਂ ਸਾਰਾ ਕੁਝ ਹੋਇਆ, ਉਸੇ ਨੇ ਤੈਨੂੰ ਸਰੀਰ ਦਿੱਤਾ ਹੈ, ਸਾਰਾ ਪਰਿਵਾਰ ਦਿੱਤਾ ਹੈ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨਾ, ਉਸ ਮਾਲਕ ਪਰਮਾਤਮਾ ਦੇ ਨਾਲ ਜੁੜਿਆ ਰਹਿ ਹਮੇਸ਼ਾ। ਸਾਚੇ ਸਾਹਿਬਾ ਕਿਆ ਨਹੀਂ ਕਰੇ ਤੇਰਾ। ਹੇ ਮੇਰੇ ਮਾਲਕਾ, ਤੇਰੇ ਘਰ ਦੇ ਵਿੱਚ ਕਿਹੜੀ ਚੀਜ਼ ਨਹੀਂ ਹੈਗੀ, ਕਿਹੜੀ ਚੀਜ਼ ਨਹੀਂ ਹੈਗੀ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਤੇਰੇ ਘਰ 'ਚ ਸਾਰਾ ਕੁਝ ਹੈ, ਜਿਹਨੂੰ ਦਿਨ ਦਿੰਦਾ ਹੈ ਉਹਨੂੰ ਮਿਲ ਜਾਂਦਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨੇ ਵਸਾਵੈ। ਔਰ ਆ ਸਿਫਤ ਸਲਾਹ ਵਾਲੀ ਚੀਜ਼ ਜਿਹੜੀ ਹੈਗੀ ਆ, ਇਹ ਹਮੇਸ਼ਾ ਹੀ ਕਰਦੇ ਆ ਜਿਨ੍ਹਾਂ ਨੂੰ ਆਹ ਖਿੱਚ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ। ਨਾਮ ਪਦਾਰਥ ਚਾਹੀਦਾ ਉਹਨਾਂ ਨੂੰ, ਇਸ ਕਰਕੇ ਉਹ ਅਵੇਸਲੇ ਨਹੀਂ ਹੁੰਦੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਉਹਨਾਂ ਦੇ ਅੰਦਰ ਜਿਹੜੇ ਕਨੇਰੇ ਕਨਿਆ ਹੋ ਕੇ ਜਿਹੜੇ ਹੈਗੇ ਇਹ ਸ਼ਬਦ ਵੱਜਣ ਲੱਗ ਪੈਂਦੇ, ਅਨੰਤ ਸ਼ਬਦ। ਨਾਮ ਜਿਨ ਕੇ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਵਸ ਗਿਆ, ਉਹਨਾਂ ਦੇ ਵਿਚਾਰ ਬੰਦ ਹੋ ਗਏ। ਲਾਜ਼ਮੀ ਹੈਗਾ ਭਾਈ ਆਹ ਜਿਹੜਾ ਸ੍ਰਿਸ਼ਟੀ ਦੇ ਵਿੱਚ ਜਿਹੜਾ ਸੁਣਨ ਦਾ ਸ਼ਬਦ ਵੱਜ ਰਿਹਾ, ਇਹ ਵੱਜਣਾ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਕਹਿੰਦੇ ਹੇ ਮੇਰੇ ਮਾਲਕਾ, ਆਇਆ ਸੱਚਾ ਸਾਹਿਬ ਭਾਈ ਹਮੇਸ਼ਾ ਰਹਿਣ ਵਾਲਾ। ਕਹਿੰਦੇ ਤੇਰੇ ਘਰ 'ਚ ਕਿਹੜੀ ਚੀਜ਼ ਦੀ ਕਮੀ ਆ ਮਾਲਕਾ, ਕਿਹੜੀ ਚੀਜ਼ ਦੀ ਕਮੀ ਆ? ਦੇ ਨਾਮ, ਦੇ ਨਾਮ। ਸਾਚਾ ਨਾਮ ਮੇਰਾ ਆਧਾਰੋ। ਕਹਿੰਦੇ ਕੀ ਆਧਾਰ ਆ? ਕਹਿੰਦੇ ਮੇਰਾ ਪਰਮੇਸ਼ਰ ਦਾ ਬੰਦਗੀ ਆ, ਪਰਮੇਸ਼ਰ ਦੀ ਧਿਆਨ ਸਿਮਰਨ, ਇਹ ਮੇਰਾ ਆਧਾਰ ਆ, ਬੇਸ ਆ ਭਾਈ। ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ। ਇਸ ਨੇ ਸਾਰੀਆਂ ਭੁੱਖਾਂ ਮੇਰੀਆਂ ਜਾਂ ਤ੍ਰਿਸ਼ਨਾ ਮੇਰੀ ਗਵਾ ਦਿੱਤੀ। ਹੁਣ ਮੈਨੂੰ ਕਿਸੇ ਪਦਾਰਥ ਕੋਈ ਚੋਗਾ ਜੋ ਪਿਆਇਆ, ਮੈਨੂੰ ਜਿੰਨੀ ਕੁ ਜ਼ਰੂਰਤ ਹੈ ਮੈਂ ਲੈਣਾ, ਬਸ। ਆ ਸਰੀਰ ਹੈਗਾ, ਸਰੀਰ ਦੀ ਡਿਮਾਂਡ ਪੂਰੀ ਕਰਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਸ਼ਾਂਤੀ ਆ ਗਈ ਭਾਈ, ਮਨ ਦੇ ਵਿੱਚ ਸੁਖ ਆ ਗਿਆ, ਵਸ ਗਿਆ ਸੁਖ। ਜਿਹਨੇ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਮੈਂ ਤਾਂ ਹਮੇਸ਼ਾ ਉਸ ਗੁਰੂ ਤੋਂ ਕੁਰਬਾਨ ਆ ਪਾਏ, ਜਿਹਨੇ ਜਿਹੜਾ ਹੈਗਾ ਮੈਨੂੰ ਇਸ ਰਸਤੇ 'ਤੇ ਲਾਇਆ, ਮੈਨੂੰ ਗਿਆਨ ਦਿੱਤਾ, ਮੈਨੂੰ ਅਗਿਆਨਤਾ ਦੇ ਉਹ ਜਿਹੜਾ ਹੈਗਾ ਖੂਹ 'ਚੋਂ ਕੱਢਿਆ, ਹਨੇਰੇ ਖੂਹ 'ਚੋਂ, ਵਿਸ਼ੇ ਵਿਕਾਰਾਂ ਦੇ ਖੂਹ 'ਚੋਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦੇ ਤਰੋ ਪਿਆਰੋ। ਦੇਖੋ ਫਿਰ ਤੀਸਰੀ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ, ਆ ਬੋਲ ਰਹੇ ਤੀਸਰੀ ਪਾਤਸ਼ਾਹੀ ਪ੍ਰਤੱਖ ਸੰਗਤ ਦੇ ਵਿੱਚ ਕਿ ਇਹ ਸਾਧੂਓ, ਇਹ ਭਗਤੀ ਕਰਨ ਵਾਲਿਓ, ਸ਼ਬਦ ਦੇ ਨਾਲ ਪਿਆਰ ਪਾਓ, ਅੰਦਰ ਹਿਰਦੇ 'ਚ ਵਸਾਓ ਇਹਨੂੰ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਹੋ। ਮੇਰਾ ਨਾਮ, ਮੇਰਾ ਤਾਂ ਪਰਮੇਸ਼ਰ ਦਾ ਨਾਮ ਮੇਰਾ ਆਧਾਰ ਹੈ। ਤੁਸੀਂ ਵੀ ਇਸ ਨੂੰ ਆਪਣਾ ਆਧਾਰ ਬਣਾਓ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਬਸ ਆ ਵੱਜਣ ਲੱਗ ਗਏ ਪੰਜ ਸ਼ਬਦ। ਇਹ ਤਾਂ ਜਿਹੜੇ ਹੈਗੇ, ਜਦ ਥੋੜੇ ਜਿਹੇ ਵਿਚਾਰ ਬੰਦ ਕਰਕੇ ਦੇਖ ਲਓ ਭਾਈ, ਥੋੜੇ ਵਿਚਾਰ ਬੰਦ ਕਰਕੇ ਦੇਖ ਲਓ, ਆਟੋਮੈਟਿਕਲੀ ਵੱਜਣ ਲੱਗ ਜਾਂਦੇ। ਚੁੱਪ ਤਾਂ ਹੋ, ਇੱਕ ਵਾਰੀ ਆਪਣੇ ਆਪ ਨੂੰ ਚੁੱਪ ਤਾਂ ਕਰਾਓ, ਆਪਣੇ ਵਿਚਾਰ ਤਾਂ ਬੰਦ ਕਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਭਾਗਾਂ ਵਾਲੇ ਘਰ ਦੇ ਵਿੱਚ ਪਾਏ, ਉਸ ਜਿਹਦੇ ਵੱਜਣ ਲੱਗ ਪਏ, ਜਿਹੜਾ ਜੁੜ ਗਿਆ ਇਸ ਤਰ੍ਹਾਂ। ਘਰੇ ਸੁਭਾਗੈ ਸ਼ਬਦ ਵਾਜੇ। ਕਹਿੰਦੇ ਸੁਭਾਗਾ ਹੈ ਪਾਏ, ਉਹਦੇ ਅੰਦਰ ਸ਼ਬਦ ਵੱਜ ਗਏ। ਕਲਾ ਜਿਤ ਕਰੇ ਧਾਰੀਆ। ਮਾਲਕ ਪਰਮਾਤਮਾ ਨੇ ਆਪਣੀ ਕਲਾ ਧਾਰ ਦਿੱਤੀ ਪਾਏ, ਮਿਹਰ ਕਰ ਦਿੱਤੀ ਮਾਲਕ ਪਰਮਾਤਮਾ ਨੇ ਉਸ ਘਰ ਦੇ ਉੱਤੇ, ਜਿਹਦੇ ਅੰਦਰ ਇਹ ਸ਼ਬਦ ਵੱਜ ਗਏ, ਜਿਹੜਾ ਇਹ ਸ਼ਬਦਾਂ ਦੇ ਨਾਲ ਜੁੜ ਗਿਆ, ਜਿਹਨੇ ਆਪਣੇ ਵਿਚਾਰ ਬੰਦ ਕਰ ਲਏ। ਅਗਲੀ ਕਾਰਵਾਈ ਲਾਜ਼ਮੀ ਹੋਣੀ ਆ। ਪੰਚ ਦੂਤ ਤੁਧ ਵਸ ਕੀਤੇ,
ਕਾਲ ਕੰਟਕ ਮਾਰਿਆ। ਇਹ 5 ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਸ 'ਚ ਆਉਣ ਲੱਗ ਪੈਣਗੇ। 5 ਦੂਤ ਵਸ 'ਚ ਆ ਗਏ ਤੇ ਜਨਮ ਮਰਨ ਇਹ ਜੂਨਾਂ ਦਾ ਚੱਕਰ, ਕਾਲ ਦਾ ਕੰਟਕ ਜਿਹੜਾ ਹੈਗਾ, ਬੈਰੀ ਜਿਹੜਾ ਹੈਗਾ, ਉਹ ਵੀ ਕਾਲ ਦਾ ਕੰਡਾ ਵੀ ਕੱਢਿਆ ਜਾਣਾ ਭਾਈ। ਜਨਮ ਮਰਨ ਦਾ ਵੀ ਗੇੜਾ ਖਤਮ ਹੋ ਜਾਣਾ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਆਹ ਹੈ ਬਖਸ਼ਿਸ਼ ਮਾਲਕ ਦੀ ਤੁਰੋਂ, ਜਿਹੜੇ ਤੁਰੇ ਦੇ ਨਾਲ ਲੱਗੇ ਹੋਏ ਆ। ਪਹਿਲਾਂ ਵੀ ਜਿਨ੍ਹਾਂ ਨੇ ਇਸ ਰਸਤੇ ਦੇ ਉੱਤੇ ਪਹਿਲਾਂ ਵੀ ਜਿਹੜਾ ਜਿਹਨੇ ਗੁਰੂ ਨੂੰ ਭੇਟ ਗਏ, ਉਹ ਵੀ ਜਿਹੜਾ ਹੈਗਾ ਇਹਨਾਂ ਤੇ ਜਿਹੜਾ ਹੈ ਐਡ ਹੋ ਜਾਣਾ ਹੈ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਉਹਨਾਂ ਦੀ ਯਾਤਰਾ ਰਹਿੰਦੀ ਸੀਗੀ, ਹੁਣ ਲੱਗ ਪਏ ਪਾਏ, ਕਿਉਂਕਿ ਇੱਥੇ ਜਨਮਾਂ ਜਨਮਾਂ ਦੀ ਖੇਡ ਹੈਗੀ ਪਾਏ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰੇ ਅਨਹਦ ਵਾਜੇ। ਕਹਿੰਦੇ ਉਸ ਘਰ ਦੇ ਵਿੱਚ ਅਨਹਦ ਵੱਜ ਕੇ ਪਾਏ, ਉੱਥੇ ਸੁਖ ਆ ਜਾਣਾ ਹੈ। ਤੀਸਰੀ ਪਾਤਸ਼ਾਹੀ ਜਿਹੜੀ ਹੈਗੀ ਪਰਸਨਲ, ਜਿਹੜੀ ਕੱਕੇ ਨੂੰ ਔਂਕੜ ਲਗਾ ਕੇ ਕਹਿ ਰਹੇ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਕਹਿੰਦੇ ਆਇਆ ਸੱਚੀ ਲਿਵ ਪਾਏ, ਆਇਆ ਧਿਆਨ ਸਿਮਰਨ, ਆਇਆ ਮਾਲਕ ਨੂੰ ਯਾਦ ਕਰਨਾ ਭਾਈ। ਇਸ ਤੋਂ ਬਗੈਰ ਕਹਿੰਦੇ ਸਰੀਰ ਕੋਈ ਫਾਇਦਾ ਹੀ ਨਹੀਂ ਹੈ। ਸਰੀਰ ਦਾ ਕੋਈ ਮਾਣ ਨਹੀਂ। ਸਰੀਰ ਦਾ ਕੀ ਫਾਇਦਾ? ਸਰੀਰ ਦਾ ਭਾਈ ਮਨੁੱਖੀ ਜੀਵਨ ਦਾ ਕੀ ਫਾਇਦਾ ਹੈਗਾ? ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਕੀ ਕਰ ਰਹੀ, ਕੀ ਕਰ ਸਕਦੀ ਹੈ ਭਾਈ? ਕੀ ਕਰ ਰਹੀ ਹੈ ਭਾਈ ਵਿਚਾਰੀ? ਨਿਮਾਣੀ ਹੈਗੀ, ਕੋਈ ਮਾਣ ਨਹੀਂ, ਕੁਛ ਨਹੀਂ ਹੈਗਾ ਇਹਦੇ ਪੱਲੇ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਹੇ ਮੇਰੇ ਮਾਲਕਾ, ਤੇਰੇ ਤੋਂ ਸਮਰੱਥ ਕੋਈ ਨਹੀਂ ਹੈਗਾ, ਕਿਰਪਾ ਕਰ। ਮੈਂ ਵੀ ਹੈ, ਮੈਨੂੰ ਅੱਜ ਸਰੀਰ ਦਿੱਤਾ ਹੈ, ਮੈਨੂੰ ਅੱਜ ਦੇਹ ਦਿੱਤੀ ਹੈ, ਮੈਨੂੰ ਵੀ ਦੇ, ਮੈਂ ਵੀ ਜਿਹੜਾ ਹੈਗਾ ਭਗਤੀ ਕਰ ਸਕਾਂ। ਮੈਨੂੰ ਵੀ ਦੇ ਸ਼ਬਦ ਅਭਿਆਸ, ਮੈਨੂੰ ਵੀ ਦੇ ਧਿਆਨ ਸਿਮਰਨ। ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀਆ। ਕਹਿੰਦੇ ਇਸ ਨੂੰ ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ ਭਾਈ, ਕੋਈ ਜਗ੍ਹਾ ਹੀ ਨਹੀਂ ਹੈਗੀ। ਇਹ ਧਿਆਨ ਸਿਮਰਨ ਤੋਂ ਇਲਾਵਾ ਇਸੇ ਦੇ ਨਾਲ ਸਵਾਰੀ ਜਾਣੀ ਹੈ, ਇਸੇ ਦੇ ਨਾਲ ਆਪਣਾ ਜੀਵਨ ਸਵਾਰਨਾ ਹੈ ਭਾਈ। ਆਪਾਂ ਮਰਨ ਵਾਲੇ ਨਹੀਂ ਹੈਗੇ। ਇਹ ਚਾਂਸ ਚਲੇ ਜਾਏਗਾ ਭਾਈ, ਇਹ ਚਾਂਸ ਚਲੇ ਜਾਏਗਾ। ਕਹੇ ਨਾਨਕ ਲਿਵ ਬਾਝੋਂ ਕਿਆ ਕਰੇ ਵਿਚਾਰੀਆ। ਤੇ ਲਿਵ ਤੋਂ ਬਗੈਰ, ਪਰਮੇਸ਼ਰ ਦੇ ਨਾਲ ਧਿਆਨ ਸਿਮਰਨ ਤੋਂ ਬਗੈਰ ਕੀ ਕਰ ਰਹੀ ਹੈ? ਕਿਹੜੀ ਚੀਜ਼ ਦੀ ਵੈਲਿਊ ਹੈ? ਕੋਈ ਵੈਲਿਊ ਹੀ ਨਹੀਂ ਹੈਗੀ। ਕਹੇ ਨਾਨਕ ਲਿਵ ਬਾਝੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਾਰੇ ਕਹਿੰਦੇ ਆ ਭਾਈ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਸਪਿਰਚੁਅਲ ਰਸਤੇ ਦੇ ਉੱਤੇ ਕੋਈ ਪਦਾਰਥ ਖਾ ਕੇ, ਕੋਈ ਭੋਗ ਵਿਲਾਸ ਕਰਕੇ ਕਹਿੰਦਾ ਬੜਾ ਆਨੰਦ ਆ ਗਿਆ, ਬੜਾ ਆਨੰਦ ਆ ਗਿਆ। ਸਾਰੇ ਆਨੰਦ ਕਹੀ ਜਾਂਦੇ ਭਾਈ, ਪਤਾ ਹੀ ਨਹੀਂ ਆਨੰਦ ਕੀ ਹੈ। ਫਿਰ ਚਲਾ ਕਿੱਥੇ ਗਿਆ ਆਨੰਦ? ਜੇ ਆ ਗਿਆ ਤੇ ਆਨੰਦ, ਫਿਰ ਤੁਸੀਂ ਕਲਪਦੇ ਕਿਉਂ? ਫਿਰ ਦੁਖੀ ਕਿਉਂ ਹੁੰਦੇ ਹੋ ਜੇ ਤੁਹਾਨੂੰ ਆਨੰਦ ਆ ਗਿਆ ਤੇ? ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਆਨੰਦ ਤਾਂ ਆਉਣਾ ਹੈ ਭਾਈ, ਆ ਜਿਹੜੇ ਲਿਵ ਦੇ ਨਾਲ ਆਉਣਾ ਹੈ, ਸੱਚੀ ਲਿਵ ਦੇ ਨਾਲ ਆਉਣਾ ਹੈ, ਧਿਆਨ ਸਿਮਰਨ ਦੇ ਨਾਲ ਆਉਣਾ ਹੈ, ਉਹ ਅੰਮ੍ਰਿਤ ਰਸ ਦੇ ਨਾਲ ਆਉਣਾ ਹੈ ਆਨੰਦ। ਆਨੰਦ ਗੁਰੂ ਤੋਂ ਜਾਣ ਲਾ ਪਿਆਰਿਆ, ਜਾਣ ਲਾ, ਸਿੱਖ ਲਾ। ਆਨੰਦ ਕਿਹਨੂੰ ਕਹਿੰਦੇ ਆ? ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਹ ਆਨੰਦ ਤਾਂ ਹਮੇਸ਼ਾ ਵਾਸਤੇ ਹੈਗਾ ਪਿਆਰਿਆ, ਹਮੇਸ਼ਾ ਵਾਸਤੇ ਹੈਗਾ। ਉਹ ਮਾਲਕ ਦੀ ਕਿਰਪਾ ਹੋ ਜਾਏਗੀ ਜੇ ਗੁਰੂ ਕੋਲੋਂ ਜਾਣ ਲਏਗਾ ਤੇ। ਕਰ ਕਿਰਪਾ ਕਿਲ ਇਕੱਠੇ, ਗਿਆਨ ਅੰਜਨ ਸਾਰਿਆ। ਇਹ ਤਾਂ ਕਿਰਪਾ ਮਾਲਕ ਪਰਮਾਤਮਾ ਦੀ। ਇਹਦੇ ਨਾਲ ਤਾਂ ਤੇਰੇ ਜਿਹੜੇ ਹੈਗੇ, ਇਹਦੇ ਨਾਲ ਤਾਂ ਬਜਰ ਜਿਹੜੇ ਹੈਗੇ, ਬਜਰ ਪਾਪ ਜਿਹੜੇ ਕੀਤੇ ਆ ਸਾਰੇ ਦੇ ਸਾਰੇ ਕੱਟ ਜਾਣੇ ਚਾਹੀਦੇ ਆ। ਇਹ ਤਾਂ ਐਸਾ ਸੁਰਮਾ ਹੈ ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰ ਜੋਤ ਪ੍ਰਕਾਸ਼ ਹੋ ਜਾਣਾ ਚਾਹੀਦਾ ਹੈ, ਗਿਆਨ ਆ ਜਾਣਾ ਚਾਹੀਦਾ ਹੈ। ਇਹ ਗਿਆਨ ਦਾ ਸੁਰਮਾ ਹੈਗਾ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਤੇਰਾ ਮੋਹ ਟੁੱਟਣਾ ਚਾਹੀਦਾ ਹੈ ਆਕਾਰ ਦੇ ਨਾਲ, ਪਦਾਰਥਾਂ ਦੇ ਨਾਲ, ਚੋਗੇ ਦੇ ਨਾਲ, ਪਰਿਵਾਰ ਦੇ ਨਾਲ। ਉਹਨਾਂ ਦਾ ਸ਼ਬਦ ਸਵਾਰਿਆ ਜਾਏਗਾ ਭਾਈ। ਉਹਨਾਂ ਦੀ ਭਗਤੀ ਫਰੂਟਫੁਲ ਹੋ ਜਾਏਗੀ, ਫਰੂਟਫੁਲ ਹੋ ਜਾਏਗੀ। ਸ਼ਬਦ ਲਿਖਿਆ ਹੋਇਆ, ਸ਼ਬਦ ਦੱਦੇ ਨੂੰ ਔਂਕੜ। ਸ਼ਬਦ ਮਤਲਬ ਭਗਤੀ, ਧਿਆਨ ਸਿਮਰਨ ਜੋ ਕਰ ਰਹੇ ਹੈ ਗੁਰੂ, ਜੋ ਕੰਮ ਕਰਨ ਨੂੰ, ਜਿਹੜਾ ਮਤ ਵਿੱਚ ਰਤਨ ਜੋ ਆਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਆਇਆ ਸ਼ਬਦ, ਮਤ ਮਿਸਗਾਈਡ ਹੋ ਕਿਤੋਂ ਵੀ ਇਹ ਕੋਈ ਵਾਹਿਗੁਰੂ ਹੈ, ਅੱਲਾਹ, ਹਰੀਓਮ, ਕਿਹੜਾ ਸ਼ਬਦ ਹੈਗਾ?
ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦੀ ਭਗਤੀ ਫਰੂਟਫੁਲ ਹੋ ਗਈ, ਫਲ ਲੱਗ ਗਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਆਇਆ ਆਨੰਦ ਪਿਆਰਿਆ, ਜਾਊਗਾ ਨਹੀਂ। ਹੁਣ ਨਹੀਂ ਜਾਏਗਾ। ਇਹ ਗੁਰੂ ਤੋਂ ਜਾਣਿਆ ਜਾਂਦਾ ਹੈ, ਗੁਰੂ ਤੋਂ ਮਿਲਦਾ ਹੈ ਆਨੰਦ। ਬਾਬਾ ਆਖਰੀ ਅੱਜ ਦਾ ਲਈਏ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ। ਕਹਿੰਦੇ ਮਾਲਕਾ ਦਾਤ ਤਾਂ ਤੇਰੀ ਹੈਗੀ ਆ, ਤੂੰ ਜਿਹਨੂੰ ਦਿੰਦਾ ਆ ਤੇ ਉਸੇ ਨੂੰ ਮਿਲਦੀ ਆ। ਮਾਲਕ ਕਹਿੰਦਾ ਕਿ ਜਿਹੜਾ ਮੰਗਦਾ ਹੈ ਮੈਂ ਤਾਂ ਉਹਨੂੰ ਦੇ ਦਿੰਦਾ ਭਾਈ। ਮੈਂ ਤਾਂ ਇਸੇ ਵਾਸਤੇ ਜਿਹੜੇ ਜੀਵ ਪੈਦਾ ਕੀਤੇ ਇਹਨਾਂ ਦੇ ਵਾਸਤੇ ਤਾਂ ਦਾਤ ਰੱਖੀ ਹੋਈ ਆ। ਆਹੀ ਤਾਂ ਖੇਡ ਹੈਗੀ ਆ, ਆਹੀ ਤਾਂ ਗੇਮ ਹੈਗੀ ਆ, ਆਹੀ ਤਾਂ ਸਾਰਾ ਮਾਲਕ ਨੇ, ਆਹੀ ਤਾਂ ਸ੍ਰਿਸ਼ਟੀ ਬਣਾਈ ਹੋਈ ਆ। ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰੀਆ। ਕਹਿੰਦੇ ਪਾਵੈ ਤਾਂ ਸੋ ਜਨ ਦੇਹ ਜਿਸਨੂੰ, ਜਿਹਨੂੰ ਦਿੰਦਾ ਹੈ ਉਹੀ ਪਾਉਂਦਾ ਹੈ, ਬਾਕੀ ਵਿਚਾਰੇ ਕੀ ਕਰ ਸਕਦੇ ਆ ਭਾਈ। ਇੱਕ ਭਰਮ ਭੂਲੇ ਫਿਰੈ ਦੈਦਿਸ, ਇੱਕ ਨਾਮ ਲਾਗ ਸਵਾਰੀਆ। ਕਹਿੰਦੇ ਭਰਮ ਦੇ ਵਿੱਚ 10 ਦਿਸ਼ਾਵਾਂ ਦੇ ਵਿੱਚ ਫਿਰ ਰਹੇ ਹੋ। ਕਹਿੰਦੇ ਸਾਨੂੰ ਤਾਂ ਚਾਹੀਦੀ ਨਹੀਂ ਇਹ ਦਾਤ, ਸਾਨੂੰ ਨਹੀਂ ਚਾਹੀਦੀ ਭਗਤੀ ਭੁਗਤੀ ਪਾਈ, ਸਾਨੂੰ ਤਾਂ ਮਾਇਆ ਦੀ ਗੱਲ ਕਰੋ। ਇੱਕ ਭਰਮ ਭੂਲੇ ਫਿਰੈ ਦੈਦਿਸ, ਇੱਕ ਨਾਮ ਲਾਗ ਸਵਾਰਿਆ। ਇੱਕ ਨਾਮ ਦੇ ਨਾਲ ਲੱਗ ਕੇ ਸਵਾਰੇ ਜਾਂਦੇ ਆ ਭਾਈ, ਦਾਤ ਲੈ ਲੈਂਦੇ ਆ, ਉਹਨਾਂ ਨੂੰ ਮਿਲਦੀ ਹੈ। ਇਸ ਤਰ੍ਹਾਂ ਦਿੰਦਾ ਹੈ ਮਾਲਕ ਪਰਮਾਤਮਾ। ਪਾਵੇ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ। ਬਾਕੀ ਵਿਚਾਰੇ ਕੀ ਕਰ ਸਕਦੇ ਆ ਭਾਈ, ਉਹਨਾਂ ਦੀ ਡਿਮਾਂਡ ਹੀ ਨਹੀਂ ਹੈਗੀ। ਭਰਮ ਦੇ ਵਿੱਚ ਭੁੱਲੇ ਪਏ ਆ। 10 ਦਿਸ਼ਾਵਾਂ 'ਚ ਦੇਖ ਲਓ, ਰਾਊਂਡ ਦੀ ਕਲਾਕ, ਸਮਾਂ ਹੀ ਨਹੀਂ ਹੈਗਾ। ਇੱਕ ਨਾਮ ਲਾਗ ਸਵਾਰਿਆ, ਇੱਕ ਸਵਾਰੇ ਜਾਂਦੇ ਆ ਨਾਮ ਦੇ ਨਾਲ ਲੱਗ ਕੇ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਆਇਆ ਗੁਰੂ ਦਾ ਪ੍ਰਸਾਦ, ਆਇਆ ਗੁਰੂ ਦੀ ਮੱਤ, ਇਹਦੇ ਨਾਲ ਮਨ ਨਿਰਮਲ ਹੋਣਾ ਹੈ। ਜਿਨ੍ਹਾਂ ਨੂੰ ਇਹ ਭਾਣਾ ਪਸੰਦ ਆਉਂਦਾ ਹੈ, ਤਾਂ ਜਿਨ੍ਹਾਂ ਨੂੰ ਪਸੰਦ ਆ ਜਾਂਦਾ, ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ ਆ, ਗੁਰੂ ਦਾ ਪ੍ਰਸਾਦ ਲੈ ਲੈਂਦੇ ਆ, ਧਿਆਨ ਸਿਮਰਨ ਕਰ ਲੈਂਦੇ ਆ, ਉਹਨਾਂ ਨੂੰ ਇਹ ਦਾਤ ਮਿਲ ਜਾਂਦੀ ਹੈ। ਦਾਤ ਲੈ ਕੇ ਮਨ ਨਿਰਮਲ ਹੋ ਜਾਂਦਾ ਉਹਨਾਂ ਦਾ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਭਾਵੇ। ਦੇਣ ਵਾਲਾ ਮਾਲਕ ਪਰਮਾਤਮਾ ਹੈਗਾ, ਦੇਣ ਵਾਲਾ ਮਾਲਕ ਪਰਮਾਤਮਾ ਹੈਗਾ। ਕਹੇ ਨਾਨਕ ਜਿਸ ਦੇ ਪਿਆਰੇ, ਜਿਹਨੂੰ ਦਿੰਦਾ ਹੈ ਦਾਤ ਉਹੀ ਪਾਉਂਦਾ ਹੈ, ਔਰ ਦਾਤ ਦਿੰਦਾ ਹੈ ਗੁਰੂ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ। ਹੋਰ ਲੈ ਲਈਏ 2 ਜੀ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ। ਕਹਿੰਦੇ ਹੇ ਸਾਧੂਓ, ਹੇ ਭਗਤੀ ਕਰਨ ਵਾਲੇ ਹੋ, ਆਓ ਇਸ ਲਈ ਨਾ ਹੋ ਉਸ ਅਕਥ, ਉਹ ਮਾਲਕ ਪਰਮਾਤਮਾ ਜਿਹੜਾ ਨਹੀਂ ਕਥਿਆ ਜਾਂਦਾ, ਉਹਨੂੰ ਉਹਦੇ ਮਿਲਾਪ ਦੀ ਆ ਜਿਹੜੀ ਹੈਗੀ ਆ ਪ੍ਰੈਕਟੀਕਲ ਕਰੀਏ ਆਪਾਂ। ਇਹ ਕਹਾਣੀ ਕਹਾਣੀ ਅਕਥ ਨੂੰ ਕਿਵੇਂ ਕਥਣਾ ਹੈ? ਉਹ ਤਾਂ ਅਕਥ ਆ। ਜਿੰਨਾ ਮਰਜੀ ਗਿਆਨ ਲਈ ਜਾਓ, ਜਿੰਨਾ ਮਰਜੀ ਲਿਖੀ ਜਾਓ, ਜਿੰਨਾ ਮਰਜੀ ਬੋਲੀ ਜਾਓ, ਜੋ ਮਰਜੀ ਕਰੀ ਜਾਓ ਭਾਈ, ਉਹ ਤਾਂ ਅਕਥ ਹੈਗਾ, ਨਹੀਂ ਕਥਿਆ ਜਾਏਗਾ। ਫਿਰ ਕਿਵੇਂ ਕਥਣਾ ਹੈ? ਕਹਿੰਦੇ ਕਥਨਾ ਹੈ ਉਹਨੂੰ ਤੇ ਪ੍ਰੈਕਟੀਕਲ ਕਰੋ। ਆਵੋ ਸੰਤ ਪਿਆਰਿਓ, ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਏ। ਲਓ ਕਿਸ ਤਰੀਕੇ ਨਾਲ ਮਿਲਣਾ ਹੈ ਭਾਈ, ਕਿਹੜੇ ਦਰਵਾਜ਼ੇ ਤੇ ਮਿਲਣਾ ਹੈ ਮਾਲਕ ਨੇ ਕਿਵੇਂ ਮਾਲਕ ਨੂੰ ਪਾਇਆ ਜਾ ਸਕਦਾ, ਕਿਵੇਂ ਮਾਲਕ ਪ੍ਰਗਟ ਹੋਏਗਾ ਆਪਣੇ ਅੰਦਰ। ਆਇਆ ਕਹਾਣੀ ਅਕਥ ਦੀ, ਕਰਾਂ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਭਾਈਏ। ਲਓ ਇਮੀਡੀਏਟਲੀ ਦੱਸ ਦਿੱਤਾ ਭਾਈ, ਦੇਖ ਤੈਨੂੰ ਤਾਂ ਬ੍ਰਹਮ ਗਿਆਨੀ ਮਿਲੇ, ਬ੍ਰਹਮ ਗਿਆਨ ਮਿਲਿਆ। ਦੇਖ ਗੁਰੂ ਗ੍ਰੰਥ ਸਾਹਿਬ ਦੇਖ 36 ਬ੍ਰਹਮ ਗਿਆਨੀ ਹੈਗੇ ਤੇਰੇ ਕੋਲ। ਸੌਂਪ ਦੇ ਇਹਨਾਂ ਨੂੰ ਤਨ ਮਨ ਧਨ, ਹੁਕਮ ਮੰਨੇ ਪਏ। ਕਿਵੇਂ ਸੌਂਪਣਾ ਹੈ ਭਾਈ? ਤਨ ਲਗਾ ਕੇ, ਮਨ ਲਗਾ ਕੇ, ਧਨ ਲਗਾ ਕੇ, ਹੁਕਮ ਪਰਮੇਸ਼ਰ ਦੇ ਹੁਕਮ ਨੂੰ ਕਮਾਲਾ, ਇਹ ਗੁਰੂ ਦੇ ਹੁਕਮ ਨੂੰ ਕਮਾਲਾ। ਹੁਕਮ ਨੂੰ ਮੰਨੇਗਾ ਤੇ ਪਾ ਲੇਗਾ ਮਾਲਕ ਨੂੰ, ਕਥ ਲੇਗਾ ਕਥ ਕਹਾਣੀ। ਹੁਕਮ ਮੰਨੋ ਗੁਰੂ ਕੇਰਾ। ਫਿਰ ਦੁਬਾਰਾ ਦੇਖੋ ਲਿਖਿਆ ਇਮੀਡੀਏਟਲੀ ਉੱਪਰ ਲਿਖਿਆ ਹੁਕਮ ਮੰਨੇ ਪਾਈਏ। ਫਿਰ ਕਹਿੰਦੇ ਕਿਹੜਾ ਹੁਕਮ? ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ।
ਹੁਣ ਇੱਥੇ ਫਿਰ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਡਾਇਲੂਟ ਕਰ ਦੇਣਾ ਹੈ। ਇਹ ਸੱਚੀ ਬਾਣੀ ਨੂੰ ਗਾਓ। ਜਿਹੜੀ ਹੈ ਫਿਰ ਗੁਰਬਾਣੀ ਤਾਂ ਗੁਰੂ ਦੀ ਮੱਤ ਆ ਪਾਏ, ਉਹਨੂੰ ਗਾਉਣਾ। ਉਹਦੇ ਤੋਂ ਆਪਾਂ ਨੇ ਆ ਬਾਣੀ ਲੈਣੀ ਹੈ ਜਿਹੜੀ ਧਿਆਨ ਸਿਮਰਨ ਵਾਲੀ ਬਾਣੀ ਹੈਗੀ ਆ ਬਾਣੀ ਲੈਣੀ ਆ ਭਾਈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਮਤਲਬ ਪਰਮੇਸ਼ਰ ਦਾ ਧਿਆਨ ਸਿਮਰਨ ਕਰੋ। ਐਸ ਨੇ ਜਿਹੜਾ ਹੈਗਾ ਬਣਾ ਦੇਣਾ ਹੈ ਆਪਾਂ ਨੂੰ। ਆਇਆ ਸੱਚੀ ਬਾਣੀ, ਇਹ ਬਣਾ ਦੇਗੀ ਮਾਲਕ ਪਰਮਾਤਮਾ ਦੇ ਯੋਗ। ਮਾਲਕ ਪ੍ਰਗਟ ਹੋ ਜਾਏਗਾ। ਕਹੈ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਕਹਿੰਦੇ ਹੇ ਸਾਧੂਓ, ਇਸ ਤਰੀਕੇ ਦੇ ਨਾਲ ਆਪ ਪ੍ਰੈਕਟੀਕਲ ਕਰਕੇ ਜਿਹੜਾ ਹੈਗਾ ਉਸ ਅਕਥ ਨੂੰ ਕਥ ਲਓ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਮੀਡੀਏਟਲੀ ਦੇਖ ਲਓ ਅਕਥ ਨੂੰ ਕਥਨ ਵਾਲੀ ਬਾਣੀ ਦੇ ਬਾਅਦ ਸ਼ਬਦ ਲਗਾਇਆ 10ਵਾਂ। ਕਿਉਂ? ਕਿਉਂਕਿ ਮਨ ਡਾਇਲੂਟ ਕਰ ਦੇਣਾ ਮਨ ਨੇ। ਉਸੇ ਵੇਲੇ ਜਿਹੜੇ ਹੈਗੇ ਸੈਂਕੜੋਂ ਫਾਰਮੂਲੇ ਆ ਜਾਣੇ। ਉਹ ਜਿਹੜੀ ਹੈਗੀ ਸੱਚੀ ਬਾਣੀ ਫਿਰ ਡਾਇਲੂਟ ਹੋ ਜਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਹਿੰਦੇ ਪਿਆਰਿਆ, ਚਤੁਰਾਈ ਕਰਨ ਦੇ ਨਾਲ ਤਾਂ ਅੱਜ ਤੱਕ ਤਾਂ ਕਿਸੇ ਨੇ ਪਾਇਆ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੂੰ ਡਾਇਲੂਟ ਕਰ ਰਿਹਾ। ਚਤੁਰਾਈ ਨਾ ਪਾਇਆ ਕਿਨੇ ਤੂੰ, ਸੁਣ ਮਨ ਮੇਰਿਆ। ਕਹਿੰਦੇ ਮੇਰੇ ਮਨਾ ਸੁਣ ਲਾ ਪਤੰਦਰਾ। ਨਹੀਂ ਪਾਇਆ ਅੱਜ ਤੱਕ ਕਿਸੇ ਨੇ ਵੀ ਚਤੁਰਾਈ ਦੇ ਨਾਲ। ਇਹ ਮਾਇਆ ਮੋਹਣੀ ਜਿਹਨੇ ਏਤ ਪਰਮ ਭੁਲਾਇਆ। ਮਾਇਆ ਮੋਹਣੀ ਪੈ ਗਈ ਤੈਨੂੰ, ਤੂੰ ਡਾਇਲੂਟ ਕਰ ਦਿੱਤਾ। ਮਾਇਆ ਪੈ ਗਈ ਤੈਨੂੰ, ਤੂੰ ਧਿਆਨ ਸਿਮਰਨ ਫਿਰ ਨਹੀਂ ਕਰਨਾ। ਫਿਰ ਤੂੰ ਜਿਹੜਾ ਹੈਗਾ ਸੱਚੀ ਬਾਣੀ ਜਿਹੜੀ ਹੈਗੀ ਹੈ ਤੂੰ ਜਿਹੜਾ ਹੈਗਾ ਉਸ ਤੋਂ ਫਿਰ ਖੁੰਝ ਜਾਣਾ ਹੈ। ਇਹ ਮਾਇਆ ਮੋਹਣੀ ਜਿਹਨੇ ਏਤ ਪਰਮ ਭੁਲਾਇਆ। ਇਹਨੇ ਆਹੀ ਮਾਇਆ ਮੋਹਣੀ ਹੈ ਭਾਈ। ਇਹਨੇ ਆਖਰੀ ਦਮ ਤੱਕ ਤੈਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਆਖਰੀ ਦਮ ਤੱਕ ਪ੍ਰਕਿਰਤੀ ਜਿਹੜੀ ਹੈਗੀ। ਇਹ ਮਾਇਆ ਮੋਹਣੀ ਜਿਹਨੇ ਏਤ ਪਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਈ ਆ। ਗੇਮ ਮਾਲਕ ਦੀ ਹੈ ਭਾਈ। ਉਹਨੇ ਇੰਨੀ ਪਾਵਰਫੁਲ ਜਿਹੜੀ ਹੈਗੀ ਆ ਮੈਚ ਰੱਖਿਆ ਹੋਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਉਸਨੇ ਕੀਤੀ ਹੈ ਜਿਸਨੇ ਇਹ ਠੱਗ ਬੁੱਟੀ ਪਾਈ ਹੋਈ ਹੈ। ਜਿਹਨੇ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸੈ ਵਿਟੋ, ਜਿਹਨੇ ਮੋਹ ਮਿੱਠਾ ਲਾਇਆ। ਵਾਓ ਮਾਲਕਾ, ਵਾਓ ਮਾਲਕਾ, ਵਾਓ ਮਾਲਕਾ। ਕੈਸੀ ਹਾਰਡਸ਼ਿਪ ਹੈਗੀ ਆ। ਮੋਹ ਕਿੰਨਾ ਮਿੱਠਾ ਲੱਗਦਾ ਹੈ। ਮੋਹ ਜਿਹੜਾ ਰੋਕ ਲੈਂਦਾ ਹੈ ਆਪਾਂ ਨੂੰ, ਜਿਹੜਾ ਉਲਝਾ ਦਿੰਦਾ ਹੈ ਮਾਇਆ ਦੇ ਵਿੱਚ। ਕੁਰਬਾਨ ਕੀਤਾ ਤਿਸੈ ਵਿਟੋ, ਜਿਹਨੇ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਹੇ ਮੇਰੇ ਮਨਾ, ਹੇ ਚੰਚਲ ਮਨਾ, ਹੇ ਤੂੰ ਟਿਕਦਾ ਨਹੀਂ ਹੈਗਾ, ਤੂੰ ਇੱਕ ਸੈਕਿੰਡ ਨਹੀਂ ਰੁਕਦਾ। ਕਹਿੰਦੇ ਇਸ ਤਰੀਕੇ ਦੇ ਨਾਲ ਤਾਂ ਪਾਏ ਕਿਸੇ ਨੇ ਨਹੀਂ ਪਾਇਆ। ਆ ਚਤੁਰਾਈਆਂ ਦੇ ਨਾਲ। ਹਾਂਜੀ 10 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ ਸਤਸੰਗ ਜੀ ਮਤਲਬ ਵੱਡੀ ਅੱਖਾਂ ਬੰਦ ਹੋਈ ਜਾਂਦੀਆਂ ਸੀ। ਮੁੜ ਕੇ ਛੱਡ ਕੇ ਮਾਰਨਾ ਫੇਰ ਅੱਖਾਂ ਬੰਦ ਹੋਈ ਜਾਂਦੀਆਂ। ਬਸ ਵੀ ਜੀ ਬਹੁਤ ਬਹੁਤ। ਮੈਂ ਤਾਂ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਬੋਲ ਹੀ ਨਹੀਂ ਪਾ ਰਿਹਾ ਸੀਗਾ। ਮੈਂ ਮਾਲਕ ਨੂੰ ਬੇਨਤੀ ਕਰ ਰਿਹਾ ਸੀ। ਮਾਲਕਾ ਬਿਲਕੁਲ ਜੀ ਪਤਾ ਹੀ ਬਸ ਬਿਲਕੁਲ ਹੀ ਮਤਲਬ ਮੱਲੀ ਅੱਖਾਂ ਬੰਦ ਹੋਈ ਜਾਣ ਬਸ। ਫਿਰ ਮੁੜ ਕੇ ਉੱਠਾ, ਫਿਰ ਮੁੜ ਕੇ ਝਟਕਾ ਮਾਰਾ ਉੱਠਾ ਕੇ ਇਸ ਤਰ੍ਹਾਂ ਇਹ ਬਸ ਪਤਾ ਹੀ ਨਹੀਂ ਕੀ ਹੋ ਜਾਣਾ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਇਹ ਤਾਂ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇ ਸਾਥ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਬਹੁਤ ਬਹੁਤ ਅਨਮੋਲ ਗਿਆਨ ਸੀ ਜੀ ਦੇ ਸਾਹਿਬ ਅੱਜ ਤਾਂ ਬਹੁਤ ਜ਼ਿਆਦਾ ਬਹੁਤ ਜੀ ਕਮਾਲ। ਮਾਲਕ ਪਰਮਾਤਮਾ ਦੀ ਹੈ। ਮੈਂ ਸੁਣੂੰਗਾ ਜੀ ਦੁਬਾਰਾ। ਹਾਂਜੀ ਧੰਨਵਾਦ ਜੀ। ਓਕੇ ਜੀ। ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋਇਆ ਫਿਰ ਤਾਂ ਬਿਲਕੁਲ ਹੀ ਨਹੀਂ ਸੀ ਖੜੇ ਬੈਠਿਆ ਜਾਂਦਾ ਜੀ। ਹਾਂਜੀ ਬਿਲਕੁਲ ਜੀ। ਜਦੋਂ ਪਾਠ ਸ਼ੁਰੂ ਹੋ ਗਿਆ ਨਾ ਆਨੰਦ ਸਾਹਿਬ ਦਾ ਫਿਰ ਤਾਂ ਬਿਲਕੁਲ ਹੀ ਬੈਠਿਆ ਜਾਂਦਾ ਜੀ। ਐ ਲੱਗਦਾ ਸੀ ਬਸ ਹਾਂਜੀ, ਜਦੋਂ ਹਾਂਜੀ। ਵੱਜ ਗਏ ਠੀਕ ਹੈ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ, ਕਥਾ ਵਿਚਾਰ ਰਾਤ ਦੇ ਬਹੁਤ ਵਧੀਆ ਵਿਚਾਰ ਆ ਰਹੇ ਸੀ, ਬਹੁਤ ਅੱਛੇ। ਬਟ ਕੁਛ ਨਾ ਨਵੀਂ ਸੰਗਤ ਆਪਣੇ ਨਾਲ ਐਡ ਹੋਈ ਹੈ, ਥੋੜਾ ਧਿਆਨ ਦੀ ਵਿਧੀ ਉਹਨਾਂ ਨੂੰ ਸਮਝਾਉਣਾ ਸੀਗਾ। ਧਿਆਨ ਦੇ ਵਿੱਚ ਕਿਸ ਤਰ੍ਹਾਂ ਬੈਠਣਾ ਔਰ ਕਿਸ ਤਰ੍ਹਾਂ ਧਿਆਨ ਲਗਾਉਣਾ ਉਹਨਾਂ ਨੂੰ ਨਹੀਂ ਪਤਾ ਹਲੇ। ਥੋੜਾ ਜਿਹਾ ਦੱਸ ਦਿੰਦੇ ਹਾਂਜੀ 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 ਬਿਲਕੁਲ ਬਿਲਕੁਲ ਜੀ। ਉਹਨਾਂ ਨੂੰ ਵੀ ਬਹੁਤ ਅੱਛੇ ਲੱਗੇ ਵਿਚਾਰ, ਤੋਂ ਵੀ ਬਹੁਤ ਪ੍ਰਸੰਨ ਹੈ, ਬਹੁਤ ਖੁਸ਼ ਹੈ, ਕਹਿੰਦੇ ਵਿਚਾਰ ਬਹੁਤ ਅੱਛੇ ਲੱਗੇ। ਪਰ ਧਿਆਨ ਦੀ ਵਿਧੀ ਦੱਸ ਦਿਓ ਜੀ। ਹਾਂਜੀ ਹਾਂਜੀ ਇਹ ਜਿਹੜਾ ਠੀਕ ਹੈਗਾ ਹੈ ਜੀ ਵੀਰ ਜੀ। ਹਾਂਜੀ ਦੇਖੋ ਮਹਾਰਾਜ ਜਿਹੜੇ ਹੈਗੇ ਬਾਣੀ ਦੇ ਵਿੱਚ ਆਉਂਦਾ ਹੈ ਕਿ ਬਈ 2 ਟਾਈਮ ਜਿਹੜਾ ਹੈਗਾ 2 ਟਾਈਮ ਧਿਆਨ ਲਾਉਣਾ ਹੈ ਆਪਾਂ ਨੇ, ਸਵੇਰੇ ਔਰ ਸ਼ਾਮ ਜਦ ਨੀਂਦ ਤੋਂ ਉੱਠਦੇ ਹਾਂ ਉਸ ਟਾਈਮ ਜਿਹੜਾ ਹੈਗਾ, ਕਿਉਂਕਿ ਉਸ ਟਾਈਮ ਆਪਾਂ ਆਤਮਾ ਤੋਂ ਆਉਂਦੇ ਹਾਂ, ਆਤਮਾ ਦੀ ਨੇੜਾ ਆਤਮਾ ਦੇ ਵਿੱਚੋਂ ਨਿਕਲਦੇ ਹਾਂ, ਉਦੋਂ ਵਿਚਾਰ ਬੰਦ ਹੁੰਦੇ ਆਪਣੇ, ਸਾਰੀਆਂ ਫਾਈਲਾਂ ਆਪਣੀਆਂ ਬੰਦ ਹੁੰਦੀਆਂ। ਇੱਕ ਜਿਹੜਾ ਹੈਗਾ ਜਦ ਆਪਾਂ ਆਤਮਾ ਦੇ ਨੇੜੇ ਜਾਣ ਲੱਗਦੇ ਆ ਸੌਣ ਵੇਲੇ ਜਿਹੜੇ ਹੈਗੇ ਉਸ ਟਾਈਮ ਜਿਹੜਾ ਹੈਗਾ ਆਹ 2 ਟਾਈਮ ਜਿਹੜੇ ਸੁਖੈਨ ਜਿਹੜੇ ਹੈਗੇ ਇਹ ਕੱਢੋ ਬਸ। ਇਸ ਟਾਈਮ ਜਿਹੜਾ ਹੈਗਾ ਆਪਾਂ ਜਲਦੀ ਜਿਹੜੇ ਹੈਗੇ ਆ ਥੋੜ੍ਹੀ ਜਿਹੀ ਮਿਹਨਤ ਔਰ ਜਿਹੜੀ ਹੈ ਜ਼ਿਆਦਾ ਆਪਾਂ ਨੂੰ ਫਾਇਦਾ ਜ਼ਿਆਦਾ ਹੋ ਜਾਏਗਾ ਇਸ ਦੇ ਨਾਲ। ਔਰ ਵੀਰ ਜੀ ਪਲੱਸ ਜਿਹੜਾ ਕੰਮ ਕਰ ਰਹੇ ਆ ਜਦੋਂ ਜੇ ਦਿਨ ਦੇ ਟਾਈਮ ਉਸ ਤੋਂ ਬਿਨਾ ਜਿਹੜਾ ਕੰਮ ਕਰ ਰਹੇ ਆ, ਜੇ ਰੋਟੀ ਖਾ ਰਹੇ ਆ ਤਾਂ ਮਤਲਬ ਰੋਟੀ ਖਾ ਰਹੇ ਆ, ਜੇ ਕੁਝ ਲਿਖ ਰਹੇ ਆ ਤਾਂ ਮਤਲਬ ਲਿਖ ਰਹੇ ਆ, ਜੇ ਤੁਰ ਰਹੇ ਆ ਤਾਂ ਮਤਲਬ ਤੁਰ ਰਹੇ ਆ, ਮਤਲਬ ਪ੍ਰੈਜ਼ੈਂਟ ਦੇ ਵਿੱਚ ਆਪਣੇ ਉਹ ਮਨ ਨੂੰ ਸੰਭਾਲਣਾ ਹੈ, ਬਸ ਹੋਸ਼ ਸੰਭਾਲਣਾ। ਇਹ ਕਰ ਕੀ ਰਿਹਾ ਮਨ ਬਸ ਮੇਨ ਗੱਲ ਹੈਗੀ ਆ। ਇਹਦਾ ਕਹਿਣ ਦਾ ਇਹਨਾਂ ਦਾ ਸੁਖਜਿੰਦਰ ਜੀ ਦਾ ਮਕਸਦ ਇਹ ਹੈਗਾ, ਸੁਖਵਿੰਦਰ ਜੀ ਦਾ ਬਈ ਜਿਹੜਾ ਹੈਗਾ ਆਪਾਂ ਵਿਚਾਰ ਨਹੀਂ ਲੈਣੇ ਬਸ। ਮੇਨ ਚੀਜ਼ ਆ ਹੈਗੀ ਪਾਸਟ ਫਿਊਚਰ ਦੇ ਵਿਚਾਰ ਨਹੀਂ ਲੈਣੇ ਬਸ, ਇੰਨੀ ਗੱਲ ਆ। ਤਾਂ ਜੇ ਆਪਾਂ ਜਿਸ ਕੰਮ ਕਰ ਰਹੇ ਹਾਂ ਉੱਧਰ ਧਿਆਨ ਰੱਖਾਂਗੇ ਦਿਨੇ ਜਿਹੜਾ ਹੈਗਾ ਤੇ ਵਿਚਾਰ ਜਿਹੜੇ ਹੈਗੇ ਆਪਾਂ ਵਿਚਾਰਾਂ ਦੇ ਵਿੱਚ ਨਹੀਂ ਉਲਝਾਂਗੇ, ਜਾਲ ਦੇ ਵਿੱਚ ਨਹੀਂ ਫਸਾਂਗੇ। ਤੇ ਮਤਲਬ ਸੌ ਰਹੇ ਆ ਤਾਂ ਸੌ ਰਹੇ ਆ, ਜਾਗ ਰਹੇ ਆ ਤਾਂ ਜਾਗ ਰਹੇ ਆ। ਬਿਲਕੁਲ। ਤੇ ਹੁਣ ਜਦੋਂ ਆਪਾਂ ਬੀਤੇ ਹੋਏ ਸਮੇਂ ਨੂੰ ਯਾਦ ਕਰਾਂਗੇ ਉਹ ਬੇਕਾਰ ਆ, ਹਨਾ। ਆਉਣ ਵਾਲੇ ਸਮੇਂ ਬਾਰੇ ਘੜਤਾ ਕਢਾਂਗੇ, ਉਹਦੇ ਬਾਰੇ ਪਤਾ ਹੀ ਨਹੀਂ ਆਪਾਂ ਨੂੰ। ਜਿਹੜੇ ਹੁਣੇ ਆਪਾਂ ਪ੍ਰੈਜੈਂਟ ਦੇ ਵਿੱਚ ਆਪਾਂ ਨੂੰ ਪਤਾ ਵੀ ਹੁਣ ਆਪਾਂ ਕਥਾ ਗੱਲ ਚੱਲ ਰਹੀ ਹੈ, ਬਸ ਹੁਣੇ ਹੀ ਹਾਜ਼ਰ ਰਹੋ। ਕਹਿੰਦਾ ਖੋਜ ਬੰਦੇ ਦਿਲ ਹਰ ਰੋਜ਼ ਬਸ ਖੋਜ ਕਰ ਦੋ ਆਪਦੀ ਅੰਦਰੋਂ। ਬਿਲਕੁਲ। ਔਰ ਇਹਦੇ ਚ ਨਾਗਾ ਨਹੀਂ ਪਾਉਣਾ ਭਾਈ। ਇੱਕ ਚੀਜ਼ ਹੈ ਵੀ ਹਾਂ ਇਹ ਕੰਮ ਜਿਹੜਾ ਹੈਗਾ ਇਹਦੇ ਵਿੱਚ ਨਾਗਾ ਨਹੀਂ ਪਾਉਣਾ। ਬਾਕੀ ਕੰਮ ਰਹਿ ਜਾਣ, ਇਹ ਕੰਮ ਨਹੀਂ ਰੁਕਣਾ ਚਾਹੀਦਾ ਆਪਣਾ। ਜਿਵੇਂ ਆਪਾਂ ਹੋਰ ਕੰਮਾਂ ਨੂੰ ਪੂਰਾ ਐਂ ਕਹਿੰਦੇ ਸਾਡਾ ਬਹੁਤ ਜ਼ਰੂਰੀ ਆ, ਪਰ ਇਹ ਸਭ ਤੋਂ ਜ਼ਰੂਰੀ ਆ ਆਪਣਾ। ਇਹ ਬਿਲਕੁਲ ਸਭ ਤੋਂ ਜ਼ਰੂਰੀ ਆ। ਲੋਕਾਂ ਨੇ ਇਹ ਕਿਹਾ ਕੋਈ ਨਾ ਜੀ ਟਾਈਮ ਲੱਗੂਗਾ ਫਿਰ ਕਰ ਲਾਂਗੇ, ਇਹਦੇ ਲਈ ਟਾਈਮ ਨਹੀਂ, ਪਰ ਇਹ ਸਾਡੇ ਲਈ ਬਹੁਤ ਜ਼ਰੂਰੀ ਆ, ਬਹੁਤ। ਇਸੇ ਵਾਸਤੇ ਹੀ ਆਪਾਂ ਨੂੰ ਮਨੁੱਖੀ ਸਰੀਰ ਮਿਲਿਆ ਹੋਇਆ ਹੈ ਭਾਈ। ਆ ਜਿੰਨੀਆਂ 84 ਲੱਖ ਚੂਨਾ ਹੈ ਇਸੇ ਵਾਸਤੇ ਘੁੰਮ ਰਹੀਆਂ ਆ ਸਾਰੀਆਂ। ਆ ਸ੍ਰਿਸ਼ਟੀ ਸਾਰੀ ਇਸੇ ਵਾਸਤੇ ਬਣੀ ਹੋਈ ਹੈ। ਇਹ ਭੋਗੀ ਜੂਨਾਂ ਨੇ ਤੇ ਆਪਾਂ ਜਿਹੜੇ ਪ੍ਰਮਾਤਮਾ ਨੇ ਇਹ ਸਰੀਰ ਰੂਪੀ ਮੰਦਿਰ ਬਣਾਇਆ ਸਿਰਫ ਆਪਦੇ ਖੋਜਣ ਵਾਸਤੇ ਬਣਾਇਆ ਉਹਨਾਂ ਨੇ। ਬਾਕੀ ਦੀਆਂ ਤਾਂ ਆਪਾਂ ਭੋਗਦੇ ਆ ਜੂਨਾਂ, ਜਿਹੜੇ ਤਾਂ ਉਹਨਾਂ ਦੀ ਆਪਣੇ ਨਾਲ ਕੁਝ ਵੀ ਨਹੀਂ ਮਿਲਦਾ ਹੈਗਾ। ਦੇਖ ਲਓ ਜਿੰਨੀਆਂ ਵੀ ਜੂਨਾਂ ਨੇ ਉਹਨਾਂ ਨਾਲ ਕੋਈ ਵੀ ਆਪਣਾ ਕੁਝ ਨਹੀਂ ਮਿਲਦਾ, ਕਿਉਂਕਿ ਉਹ ਭੋਗ ਰਹੇ ਨੇ ਜੂਨਾਂ ਆਪਣੀਆਂ। ਹਾਂਜੀ ਇਹ ਨਾ ਰਿਕਾਰਡਿੰਗ ਲੰਬੀ ਹੋ ਜਾਏਗੀ ਫਿਰ। ਓਕੇ ਹਾਂ ਕਿਉਂਕਿ ਆਲਰੇਡੀ 1 ਘੰਟਾ ਤੇ 5-10 ਮਿੰਟ ਉੱਪਰ ਹੋ ਗਈ ਹੈ। ਹਾਂਜੀ ਕੀ ਕਰ ਰਹੇ ਹੋ? ਮੈਂ ਕਿਹਾ ਨੈਕਸਟ ਟਾਈਮ ਜ਼ਿਆਦਾ ਸਮਝਾ ਦਿਓ ਨੈਕਸਟ ਟਾਈਮ। ਹਾਂ ਨੈਕਸਟ ਟਾਈਮ ਆਪਾਂ ਜਿਹੜੇ ਆ ਨਾ ਉਹ ਗੁਰਬਾਣੀ ਵਿਚਾਰ 'ਚ ਸਮਾਂ ਕੱਢ ਕੇ ਤੇ ਇੱਧਰ ਜ਼ਿਆਦਾ ਕਰਦੇ। ਹੁਣ ਇਹਨਾਂ ਦੱਸ ਦਿੰਦੇ ਆ ਭਾਈ ਕਿ ਬਈ ਬਈ ਜਿਸ ਤਰ੍ਹਾਂ ਵੀ ਦੇਖੋ ਆਪਾਂ ਜਿਸ ਤਰ੍ਹਾਂ ਸੁਖੈਨ ਸਮਝਦੇ ਹਾਂ, ਜਿਸ ਤਰ੍ਹਾਂ ਸਰੀਰ ਆਪਣਾ ਜਿਹੜਾ ਕਈਆਂ ਦਾ ਸਰੀਰ ਕਮਜ਼ੋਰ ਹੁੰਦਾ, ਕਈ ਜਿਹੜੇ ਜਵਾਨ ਜਾਂ ਤੰਦਰੁਸਤ ਹੈਗੇ ਉਹ ਆਪਣੇ ਜਿਹੜਾ ਕੋਸ਼ਿਸ਼ ਕਰੋ ਬਈ ਆਪਣੀ ਸਪਾਈਨਲ ਕਾਰਡ ਜਿਹੜੀ ਹੈ ਸਿੱਧੀ ਰੱਖੋ। ਔਰ ਚੌਕੜੀ ਵੱਜਦੀ ਹੈ ਠੀਕ ਹੈ, ਨਹੀਂ ਵੱਜਦੀ ਜਿਸ ਤਰ੍ਹਾਂ ਮਰਜ਼ੀ ਜਿਹੜਾ ਹੈਗਾ ਆਪਾਂ। ਪਰ ਇਹ ਹੈਗਾ ਬਈ ਪਿੱਛੇ ਸਰਾਣਾ ਲੈ ਲਿਆ, ਢਾਸਣਾ ਵੀ ਲਾ ਸਕਦੇ ਹਾਂ, ਲੇਟ ਕੇ ਵੀ ਕਰ ਸਕਦੇ ਹਾਂ,
ਪਰ ਇਹ ਹੈਗਾ ਕਿ ਸੌ ਨਾ ਜਾਈਏ, ਆਪਾਂ ਤੰਦਰਾ ਦੇ ਵਿੱਚ ਨਾ ਚਲੇ ਜਾਈਏ। ਆਹ ਜਿਹੜਾ ਖਿਆਲ ਕਰ ਲੈਣਾ, ਔਰ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਹੈ, ਕਿਉਂਕਿ ਅੱਖਾਂ ਦੇ ਨਾਲ ਜਿਹੜਾ ਹੈਗਾ ਜਿੱਧਰ ਨੂੰ ਅੱਖਾਂ ਜਾਂਦੀਆਂ ਉੱਧਰ ਨੂੰ ਮਨ ਚਲੇ ਜਾਂਦਾ ਹੈ, ਸੁਰਤ ਚਲੇ ਜਾਂਦੀ ਹੈ ਆਪਣੀ। ਇਸ ਕਰਕੇ ਅੱਖਾਂ ਬੰਦ ਕਰ ਲਈਆਂ। ਹੁਣ ਆਪਣੇ ਅੰਦਰ ਅੱਖਾਂ ਬੰਦ ਕਰਕੇ ਹੁਣ ਆਪਣੀ ਆਤਮਾ ਤੱਕ ਯਾਤਰਾ ਕਰਨੀ ਹੈ। ਅਤੇ ਆਤਮਾ ਦੇ ਵਿਚਾਲੇ ਜਿਹੜਾ ਹੈਗਾ ਇਹ ਮਨ ਹੈਗਾ ਭਾਈ, ਇਹ ਵਿਚਾਰ ਪਏ ਹੋਏ ਆ ਸਾਰੇ ਦੇ ਸਾਰੇ, ਉਹ ਫਿਰ ਨਹੀਂ ਦੇਖਣ ਦਿੰਦੇ, ਪੂਰੀ ਕਾਲਕ ਹੈਗੀ ਆ। ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਕੀ ਕਰਨਾ ਆ, ਕਿਉਂ ਆਪਣੇ ਵਿਚਾਰ ਜਿਹੜੇ ਹੈਗੇ ਆ, ਆਪਣੇ ਕੋਲ ਚਿੱਤ ਹੈਗਾ, ਪਟਲ ਹੈਗਾ ਇੱਕ, ਜਿੱਥੇ ਕਿ ਵਿਚਾਰ ਆਉਂਦੇ ਆ, ਔਰ ਵਿਚਾਰ ਆਪਣੇ ਵੱਸ 'ਚ ਨਹੀਂ ਹੁੰਦੇ। ਇਹ ਮਾਇਆ ਨੇ ਜਿਹੜੇ ਹੈਗੇ, ਇਹ ਪਰਮਾਤਮਾ ਨੇ ਗੇਮ ਬਣਾਈ ਆ ਕਿ ਕਿਹੜਾ ਵਿਚਾਰ ਕਦੋਂ ਆਊਗਾ, ਆਪਣੇ ਚਿੱਤ ਦੇ ਵਿੱਚ ਆਪਾਂ ਨੂੰ ਕੋਈ ਉਹਦਾ ਪਤਾ ਨਹੀਂ ਹੈ ਭਾਈ। ਅਤੇ ਦੂਸਰੀ ਚੀਜ਼ ਹੈ, ਦੋ ਵਿਚਾਰ ਕਦੀ ਇਕੱਠੇ ਨਹੀਂ ਆਉਣਗੇ, ਇੱਕ ਜਾਊਗਾ ਅਤੇ ਦੂਸਰਾ ਆਊਗਾ। ਔਰ ਤੀਸਰੀ ਚੀਜ਼ ਹੈਗੀ ਕਿ ਦੋ ਵਿਚਾਰਾਂ ਦੇ ਵਿੱਚ ਗੈਪ ਵੀ ਹੋਏਗਾ। ਇੱਕ ਵਿਚਾਰ ਅਤੇ ਦੂਸਰੇ ਵਿਚਾਰ ਦੇ ਵਿੱਚ, ਜਿਵੇਂ ਟ੍ਰੇਨ ਦੇ ਡੱਬੇ ਹੁੰਦੇ ਆ, ਉਸ ਤਰੀਕੇ ਦੇ ਨਾਲ ਜਿਹੜੇ ਹੈਗੇ ਗੈਪ ਹੁੰਦਾ ਹੈ, ਔਰ ਆਪਾਂ ਨੇ ਉਹ ਗੈਪ ਨੂੰ ਵਧਾਉਣਾ ਹੈਗਾ। ਆਹੀ ਭਗਤੀ ਹੈਗੀ। ਆਪਾਂ ਨੇ ਜਿਹੜਾ ਹੈਗਾ ਚੁੱਪ ਕਰਨਾ ਹੈ, ਆਪਣੇ ਆਪ ਨੂੰ ਚੁੱਪ ਕਰਾਉਣਾ ਹੈ, ਬਿਲਕੁਲ ਸੁਣਨ ਦੇ ਵਿੱਚ ਧਿਆਨ ਜਿਹੜਾ ਹੈਗਾ ਕੇਂਦਰਿਤ ਕਰ ਲਓ, ਧਿਆਨ ਜਿਹੜਾ ਹੈਗਾ, ਪਰ ਜ਼ੋਰ ਨਾ ਦਿਓ, ਮੱਥਾ ਇਕੱਠਾ ਨਾ ਕਰੋ। ਜੇ ਮੱਥਾ ਇਕੱਠਾ ਕਰਾਂਗੇ ਤਾਂ ਫਿਰ ਜਿਹੜਾ ਹੈਗਾ ਤਕਲੀਫ ਹੋ ਜਾਏਗੀ, ਮੁਸ਼ਕਿਲ ਹੋਏਗਾ। ਫਿਰ ਬਿਲਕੁਲ ਰਿਲੈਕਸ ਰੱਖੋ ਮੱਥਾ, ਬਿਲਕੁਲ ਟੈਨਸ਼ਨ ਨਹੀਂ ਹੈ ਜਰਾ ਵੀ, ਬਿਲਕੁਲ ਖੁੱਲ੍ਹਾ ਛੱਡੋ। ਔਰ ਆਪਣਾ ਜਿਹੜਾ ਹੈਗਾ ਇਹ ਜਿਹੜਾ ਹੈਗਾ, ਜਿਸ ਤਰ੍ਹਾਂ ਕੋਈ ਚੀਜ਼ ਜਿਹੜੀ ਹੈਗੀ ਬਲੈਕ ਆਊਟ ਹੋ ਜਾਂਦਾ ਹੈ, ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਕਰਨਾ ਹੈ। ਹਾਂਜੀ ਵੀਰ ਜੀ ਠੀਕ ਹੈ ਜੀ, ਆਹੀ ਪੁੱਛਣਾ ਸੀ ਬਸ ਜੀ। ਦੋਨਾਂ ਪ੍ਰਵਿਰਤੀਆਂ ਦੇ ਵਿਚਕਾਰ ਮਤਲਬ ਉਹ ਧਿਆਨ ਰੱਖਣਾ ਨਾ। ਨਹੀਂ ਦੇਖੋ, ਉੱਥੇ ਫਿਰ ਫਸ ਜਾਵਾਂਗੇ ਆਪਾਂ। ਟੈਨਸ਼ਨ ਜਿਹੜਾ ਇਨਸਾਨ ਦੋਨਾਂ ਦੇ ਅੱਖਾਂ ਇਕੱਠੀਆਂ ਜਿਹੀਆਂ ਕਰ ਲੂਗਾ ਅਤੇ ਉੱਥੇ ਜਿਹੜਾ ਹੈਗਾ ਜ਼ਿਆਦਾ ਦੇਰ ਤੱਕ ਨਹੀਂ ਕਰ ਪਾਏਗਾ ਉਹ। ਠੀਕ ਹੈ। ਹਾਂ, ਅਤੇ ਵਾਹਿਗੁਰੂ ਜਿਹੜਾ ਜੋ ਵੀ ਅੱਖਰ, ਜਿਹੜਾ ਵੀ ਹਿੰਦੂ ਮੁਸਲਮਾਨ ਜਿਹੜਾ ਵੀ ਹੈਗਾ, ਉਹ ਵਾਹਿਗੁਰੂ ਆਪਣੇ ਅੱਖਰ ਨੂੰ ਇੱਕ ਦੋ ਵਾਰੀ ਜਿਹੜਾ ਹੈਗਾ ਬੋਲ ਕੇ, ਜਦ ਵਿਚਾਰ ਜਿਹੜੇ ਹੈਗੇ ਥੋੜ੍ਹੇ ਘੱਟ ਜਾਂਦੇ ਆ, ਅਤੇ ਉਸ ਤੋਂ ਬਾਅਦ ਚੁੱਪ ਹੋ ਜਾਣਾ ਹੈ, ਉਸ ਚੁੱਪ ਕਰਕੇ ਬੈਠਣਾ ਹੈ ਬਸ। ਆਹੀ ਭਗਤੀ ਹੈਗੀ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੁਨ ਗੁਫਾ ਮੇਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਇੱਥੇ ਕਲਪਨਾ ਵਿਚਾਰ ਵਿਵਰਜਿਤ ਹੈਗੇ। ਸੁਨ ਗੁਫਾ ਦੇ ਵਿੱਚ ਆਸਣ ਲਾਉਣਾ ਹੈ, ਬੈਠਕ ਲਾਉਣੀ ਹੈ। ਔਰ ਸੁਨ ਆਟੋਮੈਟਿਕਲੀ ਸੁਨ ਸਨਾਟਾ ਜਿਹੜਾ ਹੈਗਾ ਉਹ ਆਪਣੇ ਅੰਦਰ ਉਹ ਆਨੰਦ ਸ਼ਬਦ ਚੱਲ ਪੈਣਗੇ। ਬਸ ਇੰਨਾ ਕੀ ਹੈਗਾ ਭਾਈ। ਅੱਗੇ ਸਮਾਂ ਲੱਗਿਆ ਤੇ ਆਪਾਂ ਕਰਾਂਗੇ। ਹੁਣ ਆਪਾਂ ਪ੍ਰੈਕਟੀਕਲ ਕਰਦੇ ਹਾਂ। ਤੁਹਾਡਾ ਬੰਦ ਕਰ ਦਿਓ ਜੀ ਮਾਈਕ, ਪਰਮਜੀਤ ਜੀ, ਤੁਹਾਡਾ ਫੋਨ ਵਗੈਰਾ ਬੰਦ ਕਰ ਦਿਓ। ਵਾਹਿਗੁਰੂ ਆ ਜਿਹੜੀ ਵਾਹਿਗੁਰੂ ਦੀ ਧੁਨ ਆ, ਗੁਰੂ, ਇਹ ਧੁਨ ਜਿਹੜੀ ਹੈਗੀ ਉਹ ਆਨੰਦ ਸ਼ਬਦ ਦੇ ਨਾਲ ਅਟੈਚ ਹੋ ਜਾਏਗੀ। ਉਸ ਤੋਂ ਬਾਅਦ ਚੁੱਪ ਹੋ ਜਾਓ। ਵਾਹਿਗੁਰੂ ਉਸ ਤੋਂ ਬਾਅਦ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਭਾਈ, ਸੁਣਨ ਦੀ ਲੋੜ ਪੈਂਦੀ ਹੈ। ਵਾਹਿਗੁਰੂ